रिकॉर्डिंग नहीं की? हाँ जी। हाँ जी। ते नहीं मैं ते सीरियसली क्लास का हिस्सा ठीक है, मैं इसे करके याद कराया कि वो बच्चों ਨੂੰ ਵੀ ਅਸੀਂ ਕਹਿ ਦਈਏ ਕਿ ਯੈਸ ਇਹ ਇਨਫੋਰਮੇਟਿਵ ਮਟੀਰੀਅਲ ਹੈ, ਕਲਾਸ ਦਾ ਹਿੱਸਾ ਹੈ। बिल्कुल कि मतलब ये है कि चीज़ां किवें इवाल्व हो रही ने और ਜਿਹੜੇ ਮਟੀਰੀਅਲ ਹਾਲਾਤ ਨੇ ਦੁਨੀਆ ਦੇ ਉਹ ਕਿਵੇਂ ਤਬਦੀਲੀ ਲੋਕਾਂ ਦੀ ਜ਼ਾਤੀ ਔਰ ਕੌਮੀ ਔਰ ਆਲਮੀ ਜ਼ਿੰਦਗੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਵੇਂ ਤਬਦੀਲ ਕਰ ਰਹੇ ਨੇ ਅਸੀਂ ਉਹਦੀ ਗੱਲ ਕਰ ਰਹੇ ਸਾਂ ਤੇ ਅਸੀਂ ਜਿਹੜੀ ਸਾਡੀ ਡਾਇਲੈਕਟੀਕਲ ਮਟੀਰੀਅਲਿਜ਼ਮ ਦੀ ਜਿਹੜੀ ਪਹਿਲੀ ਗੱਲ ਸੀਗੀ ਉਹ ਇਹੋ ਹੀ ਸੀਗੀ ਕਿ ਜਿਹੜੇ ਮਾਦੀ ਹਾਲਾਤ ਨੇ ਇੱਕ ਤੇ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਹੈ ਮੁਸਤਕਿਲ ਕਿ ਇਹ ਇੱਕ ਜਾਰੀ ਅਮਲ ਹੈ ਮਤਲਬ ਜਿਹੜਾ ਯੂਨੀਵਰਸ ਦਾ ਜਾਂ ਸੁਸਾਇਟੀਜ਼ ਦਾ ਜਿਹੜਾ ਸਿਸਟਮ ਹੈ ਇਹ ਕਿਸੇ ਵੀ ਇੱਕ ਜਗ੍ਹਾ ਤੇ ਖੜਾ ਨਹੀਂ ਹੈ ਇਹ ਮੁਸਤਕਿਲ ਤਬਦੀਲੀ ਦੇ ਅਮਲ ਵਿੱਚੋਂ ਗੁਜ਼ਰ ਰਿਹਾ ਹੈ ਇਵਾਲਵ ਹੋ ਰਿਹਾ ਹੈ ਇੱਕ ਪਹਿਲੀ ਗੱਲ ਅਸੀਂ ਇਹ ਕੀਤੀ ਇਹ ਤਬਦੀਲੀ ਮੁਸਤਕਿਲ ਹੈ ਤਬਦੀਲੀ ਜਿਹੜੀ ਹੈ ਉਹ ਮੁਸਤਕਿਲ ਹੋ ਰਹੀ ਹੈ ਤੇ ਇਹ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਸਾਂ ਇਹਨਾਂ ਦੇ ਵਿੱਚ ਇਹੋ ਹੀ ਅਸੀਂ ਗੱਲ ਕੀਤੀ ਸੀ ਕਿ ਜਿਹੜੀਆਂ ਤਬਦੀਲੀਆਂ ਅਸੀਂ ਆਪਣੀ ਅੱਖਾਂ ਦੇ ਨਾਲ ਵੇਖੀਆਂ ਨੇ ਕਿ ਕਿਵੇਂ ਕਿਵੇਂ ਪਿਛਲੇ 40-50 ਸਾਲਾਂ 'ਚ ਇਵਾਲਵ ਹੋਈਆਂ ਨੇ ਚੀਜ਼ਾਂ ਔਰ ਇਵਾਲਵ ਹੋ ਰਹੀਆਂ ਨੇ ਸਾਡੇ ਸਾਹਮਣੇ ਔਰ ਉਹ ਤੁਸੀਂ ਉਹਨੂੰ ਕਿਸੇ ਵੀ ਸਟੈਟਿਕ ਕਰਕੇ ਨਹੀਂ ਵੇਖ ਸਕਦੇ ਠੀਕ ਅੱਛਾ ਇੱਕ ਗੱਲ ਦੂਜੀ ਗੱਲ ਜਿਹੜੀ ਅਸੀਂ ਕਰ ਰਹੇ ਸਾਂ ਅੱਜ ਉਹ ਇਹ ਕਰ ਰਹੇ ਸਾਂ ਕਿ ਆਖਰ ਜਿਹੜੀਆਂ ਤਬਦੀਲੀਆਂ ਨੇ ਇਹਨਾਂ ਨੂੰ ਸਮਝਣ ਲਈ ਅਸੀਂ ਕਿਸ ਚੀਜ਼ ਨੂੰ ਬੁਨਿਆਦ ਬਣਾਈ ਹੈ ਮਤਲਬ ਕਿਆ ਇਹ ਹੋ ਰਿਹਾ ਹੈ ਕਿ ਬੰਦਿਆਂ ਦੇ ਦਿਮਾਗ ਜਿਹੜੇ ਨੇ ਉਹ ਬਦਲ ਰਹੇ ਨੇ ਕਿ ਕੱਲ ਉਹ ਸੁੱਤੇ ਸਨ ਤੇ ਉਹ ਇੱਕ ਤਰੀਕੇ ਨਾਲ ਸੋਚਦੇ ਸਨ ਅੱਜ ਉੱਠੇ ਤੇ ਉਹਨਾਂ ਨੇ ਕੁਝ ਹੋਰ ਸੋਚਣਾ ਸ਼ੁਰੂ ਕਰਤਾ ਕਿਆ ਉਹ ਆਈਡੀਆਜ਼ ਦੀ ਤਬਦੀਲੀ ਹੈ ਜਿਹਦੇ ਨਾਲ ਸਾਰਾ ਕੁਝ ਤਬਦੀਲ ਹੋ ਰਿਹਾ ਕੋਗਨੀਟਿਵ ਐਕਸਪੈਂਸ਼ਨ ਵੀ ਤੇ ਹੋ ਸਕਦੀ ਹੈ ਜਾਂ ਇਹ ਹੈ ਕਿ ਕੋਈ ਮਟੀਰੀਅਲ ਸਰਕਮਸਟੈਂਸਸ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਸੋਚ ਤਬਦੀਲ ਹੋ ਰਹੀ ਹੈ ਤੇ ਸਾਨੂੰ ਇਥੋਂ ਜਿਹੜਾ ਕਿਆ ਮਟੀਰੀਅਲ ਤਬਦੀਲੀਆਂ ਨਾਲ ਸੋਚ ਤਬਦੀਲ ਹੁੰਦੀ ਹੈ ਇਹ ਅਸੀਂ ਕਰ ਚੁੱਕੇ ਹਾਂ ਕਿ ਹੁੰਦੀ ਹੈ ਹਾਂਜੀ ਤੇ ਮਤਲਬ ਇਹ ਹੈ ਕਿ ਅਸੀਂ ਇਹ ਦੇਖਿਆ ਕਿ ਜੀ ਪਿਛਲੇ 40-50-60 ਸਾਲਾਂ 'ਚ ਜਿਹੜੀਆਂ ਮਟੀਰੀਅਲ ਤਬਦੀਲੀਆਂ ਆਈਆਂ ਨੇ ਮਤਲਬ ਜਿਹੜੀ ਟੈਕਨੋਲੋਜੀ ਔਰ ਸਾਇੰਸਿਸ ਦੇ ਵਿੱਚ ਜਿਹੜੀ ਤਰੱਕੀ ਹੋਈ ਹੈ ਔਰ ਉਹਦੇ ਨਤੀਜੇ ਦੇ ਤੌਰ ਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣੀਆਂ ਨੇ ਵਰਤੀਆਂ ਜਾਣ ਲੱਗ ਪਈਆਂ ਨੇ ਉਹਨਾਂ ਦੀ ਵਜ੍ਹਾ ਤੋਂ ਇਹ ਸਾਰੀ ਮੈਂਟਲ ਔਰ ਸੋਸ਼ਲ ਤਬਦੀਲੀਆਂ ਆ ਰਹੀਆਂ ਨੇ ਮਸਲਨ ਤੁਸੀਂ ਕਹੋ ਕਿ ਜੀ ਪਿੰਡ ਦੇ ਵਿੱਚ ਅੱਜ ਦੇ ਪਿੰਡ ਤੇ 60 ਸਾਲ ਪਹਿਲੇ ਦੇ ਪਿੰਡ ਵਿੱਚ ਤਬਦੀਲੀ ਕਾਹਦੇ ਚੀਜ਼ ਨਾਲ ਆਈ ਹੈ ਤੁਸੀਂ ਇਹ ਦੇਖਣਾ ਹੋਵੇ ਇਹ ਸਿੰਪਲ ਇਹ ਹੈ ਕਿ ਜੀ 60 ਸਾਲ ਪਹਿਲੇ ਦਾ ਜਿਹੜਾ ਪਿੰਡ ਸੀ ਉਹ ਮੈਨੂਅਲ ਲੇਬਰ ਤੇ ਚੱਲ ਰਿਹਾ ਸੀ ਭਾਵੇਂ ਉਹ ਮੈਨੂਅਲ ਲੇਬਰ ਐਨੀਮਲਸ ਦੀ ਹੋਵੇ ਤੇ ਭਾਵੇਂ ਉਹ ਬੰਦਿਆਂ ਦੀ ਹੋਵੇ ਤੇ ਅੱਜ ਮਸ਼ੀਨ ਤੇ ਚੱਲ ਰਿਹਾ ਹੈ ਲਿਹਾਜ਼ਾ ਉਹਦੇ ਨਾਲ ਬਹੁਤ ਮੁੱਢਲੀਆਂ ਤਬਦੀਲੀਆਂ ਜਿਹੜੀਆਂ ਨੇ ਇਸ ਮਸ਼ੀਨ ਇੱਕ ਫਿਜ਼ੀਕਲ ਚੀਜ਼ ਆ ਨਾ ਤੁਸੀਂ ਮੇਜਰ ਕਰ ਸਕਦੇ ਹੋ ਤੁਸੀਂ ਇਹ ਦੱਸ ਸਕਦੇ ਹੋ ਕਿ ਜੀ ਪਿੰਡ ਵਿੱਚ ਇੰਨੇ ਟਰੈਕਟਰ ਆ ਗਏ ਉਹ ਟਰੈਕਟਰ ਜਿਹੜੇ ਨੇ ਬੰਦੇ ਦੀ ਨਿਸਬਤ ਕਿੰਨੀ ਤੇਜ਼ੀ ਦੇ ਨਾਲ ਹਲ ਵਾਹ ਸਕਦੇ ਨੇ ਜਾਂ ਉਹ ਆਪਣਾ ਫਸਲਾਂ ਇਕੱਠੀਆਂ ਕਰ ਸਕਦੇ ਵਗੈਰਾ ਵਗੈਰਾ ਠੀਕ ਹੈ ਨਾ ਹੁਣ ਉਹ ਮੈਜਰੇਬਲ ਜਿਹੜੀ ਮਾਦੀ ਮਟੀਰੀਅਲ ਤਬਦੀਲੀ ਆਈ ਬੇਸਿਕਲੀ ਇੰਜੈਕਟ ਹੋਈ ਜਾਂ ਆਈ ਤੇ ਉਹਦੇ ਨਾਲ ਫਿਰ ਜਿਹੜੀਆਂ ਬਾਕੀ ਤਬਦੀਲੀਆਂ ਜਿਹੜੀਆਂ ਨੇ ਉਹਦੀ ਵਜ੍ਹਾ ਤੋਂ ਹੋਈਆਂ ਇਹ ਅਸੀਂ ਗੱਲ ਜਿਹੜੀ ਹੈ ਇਹਨੂੰ ਮਟੀਰੀਅਲਿਜ਼ਮ ਦਾ ਜਿਹੜਾ ਫਲਸਫਾ ਹੈ ਉਹਨੂੰ ਇੰਜ ਬਣਾ ਕੇ ਅਸੀਂ ਦੱਸ ਰਹੇ ਹਾਂ ਅੱਛਾ ਹੁਣ ਇਹਦੀ ਜਿਹੜੀ ਇੰਪਲੀਕੇਸ਼ਨਸ ਨੇ ਇਸ ਫਲਸਫੇ ਦੀਆਂ
ਉਹਨਾਂ ਨੂੰ ਆਮ ਤੌਰ ਤੇ ਬਹੁਤ ਹੀ ਸਰਫੇਸ ਦੇ ਉੱਤੇ ਸਮਝਿਆ ਜਾਂਦਾ ਹੈ। ਉਹਦੀ ਡੀਪ ਉਹਦੀ ਅੰਡਰਸਟੈਂਡਿੰਗ ਨਹੀਂ ਕੀਤੀ ਜਾਂਦੀ। ਮੈਂ ਉਹਦੀ ਮਿਸਾਲ ਤੁਹਾਨੂੰ ਦੱਸਣਾ। ਉਹਦੀ ਮਿਸਾਲ ਇਹ ਹੈਗੀ ਹੈ ਕਿ ਇੱਕ ਹੀ ਕਹਾਣੀ ਹੈ ਜਿਹੜੀ 16th ਸੈਂਚੁਰੀ ਵਿੱਚ ਲਿਖੀ ਜਾਂਦੀ ਹੈ। ਦਮੋਦਰ ਦਾਸ ਲਿਖਦਾ ਹੈ ਹੀਰ ਦੀ ਕਹਾਣੀ, ਠੀਕ ਹੈ। ਉਹਦੇ ਵਿੱਚ ਜਿਵੇਂ ਉਹ ਵਾਕਿਆਤ ਨੂੰ, ਈਵੈਂਟਸ ਦੇ ਹੋਣ ਦੇ ਕਾਜ਼ਜ਼ ਨੂੰ, ਉਹਨਾਂ ਦੇ ਇਫੈਕਟਸ ਨੂੰ ਜਿਵੇਂ ਉਹ ਰਜਿਸਟਰ ਕਰਦਾ ਹੈ, ਉਹ ਇੱਕ ਸੈਟ ਆਫ ਥਿੰਕਿੰਗ ਹੈ, ਠੀਕ। ਫਿਰ ਤੁਸੀਂ ਦੇਖਦੇ ਹੋ ਕਿ ਉਹੀ ਕਹਾਣੀ ਜਿਹੜੀ ਹੈ ਉਹ 18ਵੀਂ ਸਦੀ 'ਚ ਵਾਰਿਸ ਸ਼ਾਹ ਲਿਖਦਾ ਹੈ, ਤੇ ਉਹ ਬਿਲਕੁਲ ਉਹਦੇ ਜਿਹੜੀ ਸੈਟ ਆਫ ਇਵੈਂਟਸ ਨੇ, ਸੈਟ ਆਫ ਕਾਜ਼ਜ਼ ਐਂਡ ਇਫੈਕਟਸ ਜਿਹੜੇ ਨੇ ਉਹ ਬਦਲ ਜਾਂਦੇ ਨੇ, ਉਹ ਬਿਲਕੁਲ ਮੁੱਢੋਂ ਤਬਦੀਲ ਹੋ ਜਾਂਦੇ ਨੇ, ਠੀਕ। ਹੁਣ ਤੁਸੀਂ ਜਿਹੜਾ ਹੈ ਉਹ ਇਹਨੂੰ ਦੋ ਤਰੀਕਿਆਂ ਨਾਲ ਵੇਖ ਸਕਦੇ ਹੋ। ਇੱਕ ਤਾਂ ਤੁਸੀਂ ਇਹ ਵੇਖ ਸਕਦੇ ਹੋ ਕਿ ਜੀ ਦਮੋਦਰ ਦਾਸ ਦੀ ਸੋਚ ਦਾ ਮੁਕਾਬਲਾ ਵਾਰਿਸ ਸ਼ਾਹ ਨਾਲ ਕਰੋ ਤੇ ਤੁਸੀਂ ਲੈ ਲਓ ਕਿ ਜੀ ਉਹਨੇ ਇਸ ਤਰ੍ਹਾਂ ਬਣਾਇਆ ਤੇ ਉਹਨੇ ਇਸ ਤਰ੍ਹਾਂ ਬਣਾਇਆ, ਤੇ ਤੁਸੀਂ ਕਹੋ ਕਿ ਜੀ ਇਹ ਦੋਵਾਂ ਦੀ ਜਿਹੜੀ ਇੰਟੈਲੀਜੈਂਸ ਸੀ ਉਹਦਾ ਫਰਕ ਹੈਗਾ। ਸਹੀ ਹੈ ਨਾ? ਕਿ ਮਤਲਬ ਦਮੋਦਰ ਦਾਸ ਬਹੁਤਾ ਕਾਰੀਗਰ ਸੀ ਵਾਰਿਸ ਸ਼ਾਹ ਤੋਂ, ਇਸ ਲਈ ਉਹਨੇ ਜਿਹੜੀ ਮੰਦਿਰ ਖਿੱਚਿਆ ਉਹ ਬਹੁਤ ਚੰਗਾ ਹੈ ਤੇ ਵਾਰਿਸ ਸ਼ਾਹ ਉਹਨਾਂ ਚੰਗਾ ਨਹੀਂ ਖਿੱਚ ਸਕਿਆ, ਠੀਕ ਹੈ ਨਾ। ਇੱਕ ਤਾਂ ਤੁਸੀਂ ਇੰਜ ਕਰ ਸਕਦੇ ਹੋ। ਜਾਂ ਉਹਨੇ ਜਿਵੇਂ ਕਹਾਣੀ ਦੀ ਬਣਤਰ ਕੀਤੀ ਉਹ ਜ਼ਿਆਦਾ ਕਾਰੀਗਰ ਸੀ ਵਾਰਿਸ ਸ਼ਾਹ ਤੋਂ, ਜਾਂ ਵਾਰਿਸ ਸ਼ਾਹ ਤੋਂ ਜ਼ਿਆਦਾ ਕਾਰੀਗਰ ਸੀ ਤੇ ਉਹਨਾਂ ਨੇ ਕਹਾਣੀ ਦੀ ਬਣਤਰ ਕੀਤੀ, ਠੀਕ। ਅੱਛਾ, ਦੂਸਰੀ ਤਰੀਕਾ ਇਹ ਹੈਗਾ ਕਿ ਤੁਸੀਂ ਇਹ ਦੇਖੋ ਕਿ 16ਵੀਂ ਸਦੀ ਦੇ ਪੰਜਾਬ ਵਿੱਚ ਔਰ 18ਵੀਂ ਸਦੀ ਦੇ ਪੰਜਾਬ ਦੇ ਵਿੱਚ 200 ਸਾਲਾਂ 'ਚ ਤਬਦੀਲੀ ਕੀ ਆ ਚੁੱਕੀ ਹੈ। ਮਤਲਬ ਕਿਆ ਜਿਹੜੀ ਮਟੀਰੀਅਲ ਤਬਦੀਲੀਆਂ ਆ ਚੁੱਕੀਆਂ ਨੇ ਇੱਕ ਇਲਾਕੇ 'ਚ 200 ਸਾਲਾਂ 'ਚ, ਕਿਆ ਉਹਦੀ ਵਜ੍ਹਾ ਤੋਂ ਵਾਰਿਸ ਸ਼ਾਹ ਜਿਹੜਾ ਹੈ ਉਹ ਕਹਾਣੀ ਨੂੰ ਹੋਰ ਤਰੀਕੇ ਨਾਲ ਲਿਖਦਾ ਹੈ ਜਿਵੇਂ ਕਿ ਦਮੋਦਰ ਦਾਸ ਲਿਖਦਾ ਹੈ। ਇਹ ਹੈਗਾ ਦੇਖਣ ਦਾ ਤਰੀਕਾ ਡਾਇਲੈਕਟੀਕਲ ਮਟੀਰੀਅਲਿਜ਼ਮ ਦਾ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ, ਕਿਉਂਕਿ ਹੁਣ ਉੱਤੇ ਗੱਲ ਕਰ ਰਹੇ ਹਾਂ, ਮੈਂ ਤੁਹਾਨੂੰ ਦੱਸਣਾ ਕਿ ਜਿਹੜਾ ਦਮੋਦਰ ਦਾਸ ਲਿਖ ਰਿਹਾ ਨਾ, ਉਹ ਸਮਝ ਲਓ ਤੁਸੀਂ ਕਿ ਉਹ 16ਵੀਂ ਸਦੀ ਦੇ ਵਿੱਚ ਜਿਹੜੀ ਪਿੰਡ ਦੀ ਪੁਰਾਣੀ ਤਰ੍ਹਾਂ ਦੀ ਸੋਚ ਸੀ ਉਹਦੇ ਤਹਿਤ ਉਹ ਲਿਖ ਰਿਹਾ, ਠੀਕ ਹੈ। ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਜਿਹੜਾ ਕੋਈ ਵੀ ਮੁਸ਼ਕਲ ਆਉਂਦੀ ਹੈ ਨਾ ਰਾਂਝੇ ਨੂੰ ਜਾਂ ਹੀਰ ਨੂੰ, ਤੇ ਉੱਥੇ ਕਾਲੇ ਕੱਪੜਿਆਂ ਵਾਲੇ ਘੋੜਸਵਾਰ ਆਉਂਦੇ ਨੇ ਤੇ ਉਹ ਆ ਕੇ ਤੇ ਉਹਨਾਂ ਦਾ ਮਸਲਾ ਹੱਲ ਕਰ ਦਿੰਦੇ ਨੇ, ਠੀਕ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਉਹਦੀ ਕੰਕਰੀਟ ਮਿਸਾਲ ਦਿੰਦਾ ਕਿ ਜਿਹੜਾ ਰਾਂਝਾ ਹੈ ਦਮੋਦਰ ਦਾਸ ਦੇ ਵਿੱਚ, ਉਹਨੂੰ ਇੱਕ ਸੁਪਰ ਨੈਚੁਰਲ ਪਾਵਰਸ ਉਹਦੇ ਕੋਲ ਹੈਗੀਆਂ ਨੇ ਜਿਹੜੀਆਂ ਕਿ ਆਮ ਬੰਦੇ ਕੋਲ ਨਹੀਂ ਹੈਗੀਆਂ। ਤੇ ਮਿਸਾਲ ਦੇ ਤੌਰ ਦੇ ਉੱਤੇ ਉਹ ਜਾਂਦਾ ਹੈ ਹੀਰ ਦੇ ਪਿੰਡ ਵਿੱਚ ਤੇ ਉੱਥੇ ਉਹਨੂੰ ਉਹ ਨੌਕਰੀ ਜਦੋਂ ਦੇਣ ਲੱਗਦੇ ਨੇ ਤੇ ਨੌਕਰੀ ਦੇਣ ਤੋਂ ਬਾਅਦ ਉਹਨੂੰ ਖੀਰ ਖਵਾਲਦੇ ਨੇ, ਤੇ ਉਹ ਖੀਰ ਖਾ ਕੇ ਤੇ ਰਾਂਝਾ ਜਿਹੜਾ ਹੈ ਉਹ ਉਹਨਾਂ ਦੇ ਬਹੁਤ ਗੁੱਸੇ ਹੁੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇਹ ਤਰੂਈ ਹੋਈ ਮੱਝ ਦਾ ਦੁੱਧ ਦੀ ਖੀਰ ਮੈਨੂੰ ਖਵਾਲੀ ਹੈ। ਤੁਹਾਨੂੰ ਪਤਾ ਤਰੂਈ ਮੱਝ ਕੀ ਹੁੰਦੀ ਹੈ? ਸੁਣਿਆ ਤੇ ਹੋਇਆ, ਮੇਰੇ ਜ਼ਿਹਨ 'ਚ ਹੁਣ ਸਲਿਪ ਹੋਇਆ। ਕਿਉਂ ਆਪਣਾ ਮਰੀਮ, ਤੈਨੂੰ ਪਤਾ ਤਰੂਈ ਮੱਝ ਕੀ ਹੁੰਦੀ ਹੈ?
नहीं डॉक्टर साहब, नहीं पता। ਜਿਹਦਾ ਬੱਚਾ ਜ਼ਾਇਆ ਹੋ ਗਿਆ ਵਾ ਸ਼ਾਇਦ। ਆਹੋ, ਜਿਹੜੀ ਕਿ ਪ੍ਰੀ ਮੈਚੁਰ ਹਾਂ ਬੱਚਾ ਸੁੱਟ ਦਿੰਦੀ ਹੈ ਉਹਨੂੰ ਤਰੂਈ ਕਹਿੰਦੇ ਨੇ। ਸਹੀ ਸਹੀ ਸਮਝ ਆ ਗਈ, ਯਾਦ ਆ ਗਈ। ਤੇ ਉਹ ਤਰੂਈ, ਉਹ ਕਹਿੰਦਾ ਜੀ ਤੁਸੀਂ ਮੈਨੂੰ ਤਰੂਈ ਮੱਝ ਦਾ ਦੁੱਧ ਦੀ ਖੀਰ ਪਵਾਈ ਹੈ, ਤੇ ਉਹ ਤਰੂਈ ਮੱਝ ਜਿਹੜੀ ਆ ਉਹਦਾ ਰੰਗ ਐ ਸੀ, ਉਹਦੇ ਸਿੰਘ ਇਸ ਤਰ੍ਹਾਂ ਦੇ ਸਨ, ਉਹ ਸਾਰੀ ਉਹਨਾਂ ਨੂੰ ਉਸ ਮੱਝ ਦੀ ਦੱਸਦਾ। ਯਾਨੀ ਉਹ ਇੱਕ ਮੋਜ਼ਾ ਕਰਕੇ ਵਿਖਾਉਂਦਾ ਉਹਨਾਂ ਨੂੰ ਕਿ ਜਿਹਦੇ ਤੋਂ ਉਹ ਇਫੈਕਟ ਹੋ ਕੇ ਤੇ ਉਹਨੂੰ ਉਹ ਉਸ ਤੋਂ ਬਹੁਤ ਮੁਤਾਸਰ ਹੋ ਜਾਂਦੇ ਨੇ ਤੇ ਉਹਨੂੰ ਰੱਖ ਲੈਂਦੇ ਨੇ। ਠੀਕ ਹੈ, ਅੱਛਾ। ਯਾਨੀ ਇੱਕ ਦੀ ਸੁਪਰ ਨੈਚੁਰਲ ਉਹਦੀ ਤਾਕਤ ਜਿਹੜੀ ਹੈ ਉਹਨੂੰ ਵਰਤਿਆ ਦਮੋਦਰ ਦਾਸ ਨੇ ਉਹਨੂੰ ਐਸਟੈਬਲਿਸ਼ ਕਰਨ ਦੀ। ਠੀਕ, ਅੱਛਾ। ਜਦੋਂ ਤੁਸੀਂ ਵਾਰਿਸ ਸ਼ਾਹ ਨੂੰ ਪੜ੍ਹਦੇ ਹੋ ਤੇ ਉਹਦੇ ਵਿੱਚ ਜਿਹੜੀ ਉਹਨੂੰ ਇੰਪਲੋਏਬਲ ਬਣਾਉਣ ਲਈ, ਉਹਨੂੰ ਨੌਕਰੀ ਦਿਵਾਉਣ ਲਈ ਜਿਹੜੀ ਹੀਰ ਉਹਦੀਆਂ ਤਾਰੀਫਾਂ ਕਰਦੀ ਹੈ, ਉਹਦੇ ਵਿੱਚ ਉਹਦੀਆਂ ਸੋਸ਼ਲ ਸਕਿੱਲਸ ਨੇ ਕਿ ਸੋਸ਼ਲ ਸਕਿੱਲਸ ਇਹਦੇ ਵਿੱਚ ਕਿਹੜੀ ਕਿਹੜੀ ਹੈਗੀ ਹੈ। ਇਹ ਚੋਰਾਂ ਨੂੰ ਕਿਵੇਂ ਫੜ ਸਕਦਾ ਹੈ, ਇਹ ਇਨਸਾਫ ਕਿਵੇਂ ਕਰ ਸਕਦਾ ਹੈ, ਜ਼ਮੀਨ ਨੂੰ ਕਿਵੇਂ ਮਾਪ ਸਕਦਾ ਹੈ, ਵਗੈਰਾ ਵਗੈਰਾ, ਤੇ ਉਹ ਮੈਜਰੇਬਲ ਨੇ। ਸੋ ਇੱਕ ਸੁਪਰ ਨੈਚੁਰਲ ਤੋਂ ਤੁਸੀਂ ਇੱਕ ਜਿਹੜੀ ਮੂਵਮੈਂਟ ਹੈ ਉਹ ਆ ਗਈ ਸੋਸ਼ਲ ਵਿਜ਼ੀਬਲ ਵੈਰੀਫਾਈਏਬਲ ਸਰਕਮਸਟੈਂਸਸ ਦੇ ਉੱਤੇ। ਸਟਰੀਟ ਸਮਾਰਟ ਹੋ ਗਿਆ, ਸਟਰੀਟ ਸਮਾਰਟ ਹੋ ਗਿਆ 18ਵੀਂ ਸਦੀ ਚ। ਅੱਛਾ, ਜਾਂ ਤੁਸੀਂ ਇਹ ਦੇਖੋ ਕਿ ਬਈ ਉਹ ਜਦੋਂ ਇੰਪਲਾਈ ਹੋ ਜਾਂਦਾ ਹੈ ਰਾਂਝਾ ਉੱਥੇ ਚੂਚਕ ਦੇ ਕੋਲ, ਜਦੋਂ ਇੰਪਲਾਈ ਹੋ ਜਾਂਦਾ ਹੈ ਤੇ ਉਹ ਜਿਹੜੇ ਦੂਸਰੇ ਸਾਰੇ ਮੱਝਾਂ ਚਾਰਨ ਵਾਲੇ ਨੇ ਉਹਦੀ ਜਿਹੜੀ ਬਹੁਤ ਸ਼ਾਨ ਔਰ ਤਾਰੀਫ ਹੋ ਰਹੀ ਹੈ ਰਾਂਝੇ ਦੀ, ਉਹਦੇ ਤੋਂ ਸੜਦੇ ਨੇ ਔਰ ਉਹਨੂੰ ਉਹ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਨੂੰ ਕਤਲ ਕਰਨ ਦੀ ਸਾਰੇ ਜਿਹੜੇ ਨੇ ਮਾਹੀ ਜਿਹੜੇ ਨੇ ਮੱਝਾਂ ਚਾਰਨ ਵਾਲੇ, ਉਹ ਬਤੌਰ ਗਰੁੱਪ ਦੇ ਉਹਨੂੰ ਕਤਲ ਕਰਨ ਜਾਂਦੇ ਨੇ। ਔਰ ਜਦੋਂ ਉਹਨੂੰ ਕਤਲ ਕਰਨ ਜਾਂਦੇ ਨੇ ਤੇ ਉੱਥੇ ਕਾਲਿਆਂ ਕੱਪੜਿਆਂ ਵਾਲੇ ਘੋੜਸਵਾਰ ਆ ਜਾਂਦੇ ਨੇ ਗੈਬ ਤੋਂ, ਤੇ ਉਹ ਉਹਨਾਂ ਨੂੰ ਮਾਰ ਕੇ ਅੱਗੇ ਨਸਾ ਦਿੰਦੇ ਨੇ। ਠੀਕ, ਸੋ ਇੱਕ ਈਵੈਂਟ ਕ੍ਰੀਏਟ ਹੁੰਦਾ ਹੈ ਜਿਹਦੇ ਵਿੱਚ ਕਿ ਬੁਨਿਆਦੀ ਤੌਰ ਤੇ ਸੁਪਰ ਨੈਚੁਰਲ ਤਾਕਤਾਂ ਜਿਹੜੀਆਂ ਨੇ ਉਹਨਾਂ ਨੂੰ ਵਰਤਿਆ ਗਿਆ। ਵਾਰਿਸ ਸ਼ਾਹ ਇਹ ਨਹੀਂ ਕਰਦਾ। ਵਾਰਿਸ ਸ਼ਾਹ ਕਦੇ ਵੀ ਸੁਪਰ ਨੈਚੁਰਲ ਤਾਕਤਾਂ ਦੀ ਇਸ ਤਰ੍ਹਾਂ ਦੀ ਵਰਤੋਂ ਨਹੀਂ ਕਰਦਾ। ਸੋ ਇਹਦਾ ਮਤਲਬ ਹੈ ਕਿ ਜਿਹੜੀ 16ਵੀਂ ਸਦੀ ਦੇ ਵਿੱਚ ਮਟੀਰੀਅਲ ਸਰਕਮਸਟੈਂਸਸ ਹੋਣਗੇ, ਉਹਨਾਂ ਵਿੱਚ ਜਿਹੜੀ ਸੁਪਰ ਨੈਚੁਰਲ ਤਾਕਤਾਂ ਦੇ ਉੱਤੇ ਬਿਲੀਫ ਸੀ, ਉਹ ਜਿਸ ਤਰ੍ਹਾਂ ਦਾ ਸੀ ਉਹ 18ਵੀਂ ਸਦੀ ਤੱਕ ਜਾਂਦਿਆਂ ਨਹੀਂ ਰਿਹਾ। ਸੋ 18ਵੀਂ ਸਦੀ ਤੱਕ ਜਾਂਦਿਆਂ ਬੰਦੇ ਦਾ ਜ਼ਿਹਨ ਜਿਹੜਾ ਹੈ ਉਹ ਜ਼ਿਆਦਾ ਰੈਸ਼ਨਲ ਹੋ ਚੁੱਕਿਆ ਸੀ, ਜਿਵੇਂ ਵਾਰਿਸ ਸ਼ਾਹ ਦਾ ਜ਼ਿਹਨ ਰੈਸ਼ਨਲ ਹੋ ਚੁੱਕਿਆ ਸੀਗਾ। ਇਹ ਹੈਗਾ ਮਟੀਰੀਅਲ ਤਬਦੀਲੀਆਂ। ਇਹਨੂੰ ਪਿੱਛੇ ਤੁਹਾਨੂੰ ਦੇਖਣਾ ਪਏਗਾ ਕਿ ਇਹਦੇ ਵਿੱਚ ਮਟੀਰੀਅਲ ਤਬਦੀਲੀਆਂ ਕੀ ਆਈਆਂ ਜਿਨ੍ਹਾਂ ਦੇ ਨਤੀਜੇ ਦੇ ਤੌਰ ਤੇ ਇਹ ਸਾਰਾ ਕੁਝ ਹੋਇਆ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਹਨੂੰ ਬਤੌਰ ਫਾਰਮੂਲੇ ਦੇ ਡਾਇਲੈਕਟੀਕਲ ਮਟੀਰੀਅਲਿਜ਼ਮ ਨੂੰ ਬਤੌਰ ਫਾਰਮੂਲੇ ਦੇ ਨਹੀਂ ਲੈਣਾ ਚਾਹੀਦਾ, ਬਲਕਿ ਉਹਦੀਆਂ ਜਿਹੜੀਆਂ ਐਕਚੁਅਲ ਰਿਫਲੈਕਸ਼ਨਸ ਨੇ ਹਿਸਟਰੀ ਦੇ ਵਿੱਚ, ਸਾਡੇ ਲਿਟਰੇਚਰ ਦੇ ਵਿੱਚ, ਉਹਨਾਂ ਦੇ ਥਰੂ ਉਹਨੂੰ ਇੰਟਰਪ੍ਰੈਟ ਕਰਨਾ ਚਾਹੀਦਾ ਹੈ। ਜੇ ਤੁਸੀਂ ਵਾਕਈ ਡਾਇਲੈਕਟੀਕਲ ਮਟੀਰੀਅਲਿਜ਼ਮ ਦੀ ਜਿਹੜੀ ਹੈ ਉਹ ਉਹਦੀ ਜਿਹੜੀ ਐਪਲੀਕੇਸ਼ਨ ਉਹ ਕਰ ਰਹੇ ਹੋ ਤੇ ਸਹੀ। ਬਲਕਿ ਬਹੁਤ ਹੈਰਤ ਹੁੰਦੀ ਹੈ ਕਿ ਅੱਜ ਅਗਰ ਕੋਈ ਹੀਰ ਲਿਖੇ ਤੇ ਜ਼ਾਹਰ ਹੈ ਕਿਤਨੀ ਫੰਡਾਮੈਂਟਲ ਚੇਂਜਸ ਆ ਜਾਣਗੀਆਂ ਅੱਜ ਦੇ ਹਵਾਲੇ ਨਾਲ ਕੋਈ ਲਿਖੇਗਾ। ਨਹੀਂ, ਅਗਰ ਅੱਜ ਦੇ ਹਵਾਲੇ ਨਾਲ ਕੋਈ ਲਿਖੇਗਾ ਤੇ ਉਹ ਹੀਰ ਦੀ ਕਹਾਣੀ ਹੁੰਦੀ ਲਿਖ ਹੀ ਨਹੀਂ ਸਕਦਾ। ਸਵਾਲ ਹੀ ਨਹੀਂ ਪੈਦਾ। ਉਹਦੀ ਵਜ੍ਹਾ ਇਹ ਹੈ ਕਿ ਅੱਜ ਦੀ ਸੁਸਾਇਟੀ ਵਿੱਚ
ਅਗਰ ਜੋ ਵੈਸਟਰਨ ਸੁਸਾਇਟੀ ਹੈ ਤੇ ਵੈਸਟਰਨ ਸੁਸਾਇਟੀ ਦੇ ਵਿੱਚ ਇਹ ਕੁੜੀ ਜਿਹੜੀ ਹੈ ਉਹ ਮੁੰਡੇ ਨੂੰ ਪਸੰਦ ਕਰ ਲੈਂਦੀ ਹੈ ਇੰਨੀ ਜ਼ਿਆਦਾ ਜਿੰਨੀ ਹੀਰ ਕਰਦੀ ਹੈ ਤੇ ਉਹਨਾਂ ਦਾ ਵਿਆਹ ਹੋ ਜਾਏਗਾ। ਸਹੀ। ਉਹਦੇ ਵਿੱਚ ਨਾ ਮਾਂ ਪਿਓ ਨੇ ਆਉਣਾ, ਨਾ ਕਬੀਲੇ ਨੇ ਆਉਣਾ, ਨਾ ਪਿੰਡ ਨੇ ਆਉਣਾ। ਹੂੰ। ਤੇ ਕਹਾਣੀ ਕਾਹਤੇ ਬਣੇਗੀ? ਕਹਾਣੀ ਦੀ ਦੇਖੋ ਨਾ, ਕਹਾਣੀ ਜਿਹੜੀ ਜਿਹੜੀ ਪੂਰੀ ਵਾਰਿਸ ਸ਼ਾਹ ਦੀ ਹੀਰ ਦੀ ਕਹਾਣੀ ਹੈ, ਕਹਾਣੀ ਤੇ ਬਹੁਤ ਸਿੰਪਲ ਹੈ ਸਹੀ। ਕਿ ਬੰਦਾ ਬਾਹਰੋਂ ਆਇਆ ਹੈ, ਕੁੜੀ ਉਹ ਤੇ ਆਸ਼ਿਕ ਹੋ ਗਈ ਹੈ, ਦੋਵੇਂ ਇੱਕ ਦੂਜੇ ਤੇ ਆਸ਼ਿਕ ਹੋ ਗਏ ਨੇ, ਉਹ ਵਿਆਹ ਕਰਨਾ ਚਾਹੁੰਦੇ ਨੇ, ਆਰਾਮ ਨਾਲ ਰਹਿਣਾ ਚਾਹੁੰਦੇ ਨੇ, ਇੰਨੀ ਕਹਾਣੀ ਹੈ। ਤੇ ਉਹਨਾਂ ਨੂੰ ਇਸ ਤਰ੍ਹਾਂ ਰਹਿਣ, ਉਹਨਾਂ ਨੂੰ ਇਹ ਇੱਕ ਦੂਜੇ ਨਾਲ ਰਹਿਣ ਦੇ ਵਿੱਚ ਜਿਹੜਾ ਪੂਰੀ ਸੁਸਾਇਟੀ ਦੇ ਇੰਸਟੀਟਿਊਸ਼ਨਸ ਨੇ ਉਹ ਆ ਜਾਂਦੇ ਨੇ, ਔਰ ਉਹ ਹਾਂਜੀ। ਇੰਸਟੀਟਿਊਸ਼ਨ ਉਹਨਾਂ ਨੂੰ ਇਕੱਠਿਆਂ ਹੋਣ ਨਹੀਂ ਦਿੰਦੇ, ਉਹਨਾਂ ਨੂੰ ਰਹਿਣ ਨਹੀਂ ਦਿੰਦੇ। ਠੀਕ ਹੈ ਨਾ, ਕਹਾਣੀ ਤਾਂ ਇੰਨੀ ਹੈ ਨਾ। ਬਿਲਕੁਲ ਬਿਲਕੁਲ। ਹੁਣ ਜਿਹੜਾ ਅੱਜ ਦਾ ਮਸਲਨ ਅਮਰੀਕਾ ਜਾਂ ਯੂਰਪ ਹੈ ਉਹਦੇ ਵਿੱਚ ਤੇ ਬਾਦਸ਼ਾਹ ਜਿਹੜਾ ਉਹਨੂੰ ਔਰਤ ਪਸੰਦ ਆ ਜਾਂਦੀ ਹੈ ਜਾਂ ਖਾਤੂਨ ਪਸੰਦ ਆ ਜਾਂਦੀ ਹੈ ਤੇ ਬਾਦਸ਼ਾਹ ਹੀ ਛੱਡ ਦਿੰਦਾ। ਹਾਂ ਬਿਲਕੁਲ ਸਹੀ। ਠੀਕ ਹੈ ਨਾ। ਤੇ ਮਤਲਬ ਇਹ ਹੈ ਕਿ ਹੁਣ ਤੇ ਜਿਹੜੀ ਔਰਤ ਔਰ ਮਰਦ ਦੇ ਦਰਮਿਆਨ ਜਿਹੜਾ ਤਾਲੁਕ ਹੈਗਾ ਹੈ ਕਮ ਅਜ਼ ਕਮ ਇੰਡਸਟਰੀਅਲਾਈਜ਼ ਸੋਸਾਇਟੀਜ਼ ਦੇ ਵਿੱਚ, ਉਹਦੇ ਵਿੱਚ ਇਹ ਤੇ ਇਸ਼ੂ ਹੈ ਹੀ ਨਹੀਂ ਹੈ ਨਾ। ਤੇ ਮੇਨਲੀ ਇਹ ਤੇ ਇਸ਼ੂ ਨਹੀਂ ਹੈਗਾ ਕਿ ਇੱਕ ਔਰਤ ਤੇ ਇੱਕ ਮਰਦ ਇੱਕ ਦੂਜੇ ਨੂੰ ਪਸੰਦ। ਸਾਡੇ ਜ਼ਮਾਨੇ 'ਚ ਵੀ, ਸਾਡੇ ਇਲਾਕੇ ਦੇ ਵਿੱਚ ਵੀ ਅ, ਪਾਬੰਦੀਆਂ ਛੋਟੀਆਂ ਮੋਟੀਆਂ ਹੈ ਨੇ, ਲੇਕਿਨ ਉਸ ਲੈਵਲ ਦੀਆਂ ਨਹੀਂ ਹਨ। ਸੋ ਔਰ ਉਸ ਤਰ੍ਹਾਂ ਨਹੀਂ ਹੋ ਸਕਦਾ ਕੋਈ, ਮਤਲਬ ਬਿਲਕੁਲ ਹੀ ਹਾਲਾਤ ਚੇਂਜ ਨੇ ਨਾ। ਹਾਂ ਮਤਲਬ ਹੁਣ ਜਿਹੜੇ ਬਹੁਤੇ ਰਿਸ਼ਤੇ ਨੇ, ਹੁਣ ਉਹ ਰਾਂਝਾ ਕਾਰ ਤੇ ਜਾਏਗਾ, ਮਤਲਬ ਵੈਸੇ ਹੀ ਜਾਏਗਾ, ਉਹ ਨੌਕਰੀ ਕਰਨ ਪਿੰਡ ਕਿਉਂ ਜਾਏਗਾ? ਨਹੀਂ ਰਾਂਝਾ ਪਹਿਲੇ ਤੇ ਸੈੱਲ ਫੋਨ ਦੇ ਉੱਤੇ ਇਸ਼ਕ ਲੜਾਏਗਾ ਨਾ। ਸਹੀ। ਸਹੀ ਉਹ ਗੱਲ। ਹਾਂਜੀ, ਉਹਨੂੰ ਉਹ ਕੋਈ ਜੰਗਲ 'ਚ ਜਾ ਕੇ ਤੇ ਲੁੱਕ ਕੇ ਥੋੜਾ ਹੀ ਇਹਨੂੰ ਮਿਲੇਗਾ। ਸਹੀ। ਤੇ ਉਹ ਤੇ ਸੈੱਲ ਫੋਨ ਦੇ ਉੱਤੇ ਗੱਲਬਾਤ ਤੈਅ ਹੋ ਜਾਏਗੀ ਹਾਂ। ਤੇ ਵਗੈਰਾ ਵਗੈਰਾ। ਤੇ ਮਤਲਬ ਇਹ ਹੈ ਕਿ ਹੁਣ ਤੋਂ ਕਹਾਣੀ ਜਿਹੜੀ ਆ ਉਹ ਲਿਖੀ ਨਹੀਂ ਜਾ ਸਕਦੀ। ਜਿਹੜਾ ਲਿਖਣ ਦੀ ਕੋਸ਼ਿਸ਼ ਕਰੇਗਾ ਉਹ ਬਿਲਕੁਲ ਪਾਗਲ ਹੋਏਗਾ। ਔਰ ਮੈਨੂੰ ਪਤਾ ਹੈ ਇੱਕ ਬੰਦਾ ਕੋਸ਼ਿਸ਼ ਕਰ ਰਿਹਾ ਇਸ ਤਰ੍ਹਾਂ ਦੀ ਕਿ ਉਹ ਅਮਰੀਕਾ ਦੇ ਵਿੱਚ ਹੀਰ ਵਾਰਿਸ ਸ਼ਾਹ ਦੀ ਕਹਾਣੀ ਕ੍ਰੀਏਟ ਕਰੇ ਕਿ ਉਹ ਜਿਹੜਾ ਆਪਣਾ ਰਾਂਝਾ ਹੈ, ਉਹਦਾ ਰਾਂਝਾ ਜਿਹੜਾ ਅਮਰੀਕਾ 'ਚ ਹੈ ਉਹ ਟੈਕਸੀ ਡਰਾਈਵਰ ਹੈ ਅੱਛਾ। ਤੇ ਜਿਹੜੀ ਹੀਰ ਹੈ ਉਹ ਕਿਸੇ ਬਹੁਤ ਅਮੀਰ ਖਾਨਦਾਨ ਦੀ ਔਰਤ ਹੈ। ਅੱਛਾ। ਲੇਕਿਨ ਮੈਨੂੰ ਪਤਾ ਹੈ ਕਿ ਇਹ ਇਹਦੇ 'ਚ ਕਾਮਯਾਬੀ ਨਹੀਂ ਹੋ ਸਕਦੀ ਕਿਉਂਕਿ ਇਹ ਜਿਸ ਦੌਰ ਦੀ ਕਹਾਣੀ ਹੈ ਉਹਦੇ ਵਿੱਚ ਜਿਹੜੇ ਅਦਾਰਿਆਂ ਦੀ ਕਹਾਣੀ ਹੈ ਜਿਹੜੇ ਉਹ ਹੋਣ ਨਹੀਂ ਦਿੰਦੇ, ਉਹ ਹੁਣ ਮੌਜੂਦ ਨਹੀਂ ਹੈਗੇ, ਹੁਣ ਉਹ ਰੈਲੇਵੈਂਟ ਨਹੀਂ ਰਹੇ। ਹੁਣ ਉਹ ਗੱਲਾਂ ਜਿਹੜੀਆਂ ਉਸ ਕਹਾਣੀ ਦੀ ਮਦਦ ਦੇ ਨਾਲ ਕਹੀਆਂ ਜਾ ਰਹੀਆਂ ਸਨ, ਉਹ ਹੁਣ ਗੱਲਾਂ ਜਿਹੜੀਆਂ ਨੇ ਉਹ ਹੁਣ ਡਾਇਰੈਕਟ ਕਹਿ ਸਕਦੇ ਨੇ। ਹਾਂ ਡਾਇਰੈਕਟ ਕਹਿ ਸਕਦੇ ਹੋ, ਫਿਰ ਉਹ ਆਮ ਲੋਕਾਂ ਨੂੰ ਵੀ ਪਤਾ ਨੇ। ਹੁਣ ਉਹ ਕੋਈ ਬਹੁਤ ਵੱਡਾ ਇਨਕਸ਼ਾਫ ਨਹੀਂ ਹੈ, ਸੀਕ੍ਰੇਟ ਨਹੀਂ ਹੈ। ਹੁਣ ਪੈਰੋਡੀ ਲਿਖੀ ਜਾ ਸਕਦੀ ਬਸ। ਹੁਣ ਤੇ ਪੈਰੋਡੀਆਂ ਲਿਖੀਆਂ ਜਾ ਸਕਦੀਆਂ ਨੇ ਵਗੈਰਾ ਵਗੈਰਾ। ਤੇ ਇਹ ਅੱਛਾ ਇਹ ਦੱਸੋ ਕਿ ਹੁਣ ਫਿਰ ਜਿਹੜੀ ਨਾ, ਮਤਲਬ ਅਸੀਂ ਕੋਈ ਇੱਕ ਵਾਕਿਆ ਜਾਂ ਇੱਕ ਜਗ੍ਹਾ, ਜਿਵੇਂ ਸਾਡਾ ਈਸਟ ਪੰਜਾਬ ਹੈ ਜਾਂ ਵੈਸਟ ਪੰਜਾਬ ਹੈ, ਉਹ ਲੈ ਕੇ ਤੇ ਉਹਨੂੰ ਡਾਇਲੈਕਟੀਕਲ ਮਟੀਰੀਅਲਿਜ਼ਮ ਉੱਤੇ ਅਪਲਾਈ ਕਰਨ ਦੀ ਕੋਸ਼ਿਸ਼ ਕਰੀਏ। ਮੇਰਾ ਖਿਆਲ ਕਲਾਸ ਦੇ ਐਂਡ ਤੇ ਆਖਰੀ 2 ਕਲਾਸਾਂ ਜਿਹੜੀਆਂ ਉਹਨੂੰ ਥੀਸਿਸ ਦੇ ਤੌਰ ਤੇ ਨਾ, ਉਹ ਮੇਰਾ ਖਿਆਲ ਕਰੀਏ ਇਸ ਤੇ ਕਿ ਕੋਈ ਪ੍ਰੋਬਲਮ ਸੋਲਵ ਕਰੀਏ ਤਾਂ ਕਿ ਸਭ ਨੂੰ ਇਹਨੂੰ ਅਪਲਾਈ ਕਰਨਾ ਮੁੱਢਲਾ ਉਹਦਾ ਵਸਫ ਆ ਜਾਏ। ਹਾਂ ਬਿਲਕੁਲ, ਮਤਲਬ ਇਹ ਹੈ ਕਿ ਜਿਹੜਾ ਇਹਨੂੰ ਡਾਇਲੈਕਟੀਕਲ ਮਟੀਰੀਅਲਿਜ਼ਮ ਨੂੰ ਜਿਹੜਾ ਪ੍ਰੈਕਟੀਕਲੀ ਵਰਤਣ ਦਾ ਤਰੀਕਾ ਸਾਨੂੰ ਆਉਣਾ ਚਾਹੀਦਾ ਹੈ ਨਾ। ਹਾਂ। ਹਾਂਜੀ ਇਹ ਬਿਲਕੁਲ। ਤੁਹਾਡੀ ਤਜਵੀਜ਼ ਬਹੁਤ ਅੱਛੀ ਹੈ ਕਿ ਜਿਹੜੇ ਦੋਵੇਂ ਪਾਸੇ ਦੇ ਅਸੀਂ ਲੋਕ ਹਾਂ, ਦੋਵੇਂ ਪਾਸੇ ਦੇ ਕੀ ਪੰਜਾਬ ਦੇ ਜਿਹੜੇ ਲੋਕ ਹਨ ਉਹ ਆਪਣੇ ਆਪਣੇ ਹਿਸਾਬ ਨਾਲ ਜਿਹੜੀ ਪਿਛਲੇ 70 ਸਾਲਾਂ 'ਚ ਜਾਂ 100 ਸਾਲਾਂ 'ਚ ਜਾਂ 1000 ਸਾਲਾਂ 'ਚ ਜਿਹੜੀਆਂ ਤਬਦੀਲੀਆਂ ਆਈਆਂ ਨੇ ਉਹਨਾਂ ਨੂੰ ਐਨਾਲਾਈਜ਼ ਡਾਇਲੈਕਟੀਕਲ ਮਟੀਰੀਅਲ ਦੇ ਹਵਾਲੇ ਨਾਲ ਕਰਕੇ ਦੇਖੀਏ। ਹਾਂਜੀ।
ਅੱਜ ਜਿਹੜੀ ਮੈਂ ਟੈਕਨੀਕਲ ਗੱਲ ਕਰਨੀ ਸੀ ਉਹ ਇਹ ਕਰਨੀ ਸੀ ਕਿ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਦੇ ਬਾਰੇ ਚ ਕਿ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਦੇ ਰੂਲਸ ਦੇ ਉੱਤੇ ਜਿਹੜਾ ਹੈ ਉਹ ਮਾਰਕਸ ਨੇ ਖੁਦ ਕੁਝ ਨਹੀਂ ਲਿਖਿਆ। ਮਾਰਕਸ ਨੇ ਖੁਦ ਨਹੀਂ ਲਿਖਿਆ। ਇਸੇ ਲਈ ਜਦੋਂ ਇਹਦੇ ਉੱਤੇ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਦੇ ਰੂਲ ਦੇ ਬਾਰੇ ਦੇ ਚ ਐਂਗਲਸ ਨੇ ਲਿਖਿਆ, ਔਰ ਐਂਗਲਸ ਨੇ ਵੀ ਜਿਹੜਾ ਹੈ ਉਹ ਮਾਰਕਸ ਤੋਂ ਨਹੀਂ ਡਿਡਿਊਸ ਕੀਤਾ ਉਹਨੂੰ, ਬਲਕਿ ਉਹਨੇ ਜਿਹੜੀ ਹੇਗਲ ਨੂੰ ਪੜ੍ਹ ਕੇ ਦੁਬਾਰਾ ਉਹਦੀ ਜਿਹੜੀ ਉਹਦੀ ਫਿਲਾਸਫੀ ਸੀ ਉਹਦੇ ਤੋਂ ਉਹਨੇ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਜਿਹੜਾ ਉਹ ਡਿਡਿਊਸ ਕੀਤਾ। ਰਾਈਟ। ਅੱਛਾ, ਇਸੇ ਤਰ੍ਹਾਂ ਤੁਸੀਂ ਇਹ ਦੇਖੋ ਕਿ ਜਿਹੜਾ ਲੈਨਨ ਹੈ, ਲੈਨਨ ਜਿਹੜਾ ਹੈ ਉਹ ਵੀ ਜਦੋਂ ਮਾਰਕਸ ਨੂੰ ਔਰ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਨੂੰ ਪੜ੍ਹ ਰਿਹਾ ਤੇ ਉਹਨੂੰ ਵੀ ਲੋੜ ਪਈ ਕਿ ਉਹ ਪਹਿਲੇ ਹੇਗਲ ਨੂੰ ਪੜ੍ਹੇ, ਔਰ ਉਹਨੇ ਵੀ ਪਹਿਲੇ ਜਾ ਕੇ ਹੇਗਲ ਨੂੰ ਪੜ੍ਹਿਆ ਔਰ ਉਹਦੇ ਬਹੁਤ ਬਰੀਕ ਨੋਟਸ ਲਏ, ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਹਦੇ ਕਲੈਕਟਡ ਵਰਕਸ ਦੇ ਵਾਲੀਅਮ 38 ਦੇ ਵਿੱਚ ਨੇ, ਤੇ ਉਹਨੇ ਵੀ ਹੇਗਲ ਨੂੰ ਜਾ ਕੇ ਪੜ੍ਹਿਆ ਪਹਿਲੇ, ਤੇ ਫਿਰ ਉਸ ਤੋਂ ਉਹਨੇ ਜਿਹੜਾ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਹੈ ਉਹਦੇ ਅਸੂਲਾਂ ਨੂੰ ਅਖਜ਼ ਕੀਤਾ। ਐਂਗਲ ਜਿਹੜਾ ਹੈ ਉਹਨੇ ਬੇਸਿਕਲੀ 3 ਅਸੂਲ ਜਿਹੜੇ ਨੇ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਦੇ ਜਿਹੜੇ ਨੇ ਉਹ ਆਪਣਾ ਜਿਹੜੇ ਨੇ ਉਹ ਫਾਰਮੂਲੇਟ ਕੀਤੇ ਹੈਗਲ ਨੂੰ ਪੜ੍ਹਨ ਤੋਂ ਬਾਅਦ। ਕਿਉਂ ਜੀ ਮਨਦੀਪ ਜੀ, ਤੁਹਾਨੂੰ ਪਤਾ ਨਹੀਂ ਉਹ 3 ਅਸੂਲ ਕੀ ਨੇ? ਹਾਂਜੀ ਹਾਂਜੀ ਸਰ, ਦੁਬਾਰਾ ਪੁੱਛਣਾ ਜੀ। ਮੈਂ ਇਹ ਪੁੱਛ ਰਿਹਾ ਕਿ ਤੁਹਾਨੂੰ ਪਤਾ ਨਹੀਂ ਕਿ ਜਿਹੜੇ ਐਂਗਲਸ ਨੇ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਦੇ 3 ਮੁੱਢਲੇ ਅਸੂਲ ਦੱਸੇ ਨੇ, ਉਹ ਕਿਹੜੇ ਨੇ? ਹਾਂਜੀ ਹਾਂਜੀ ਸਰ, ਇੱਕ ਹਿਸਟੋਰੀਕਲ ਮਟੀਰੀਅਲਿਜ਼ਮ ਹੈ ਜਿਹਨੂੰ ਆਪਾਂ ਇਤਿਹਾਸਿਕ ਪਦਾਰਥਵਾਦ ਕਹਿੰਦੇ ਹਾਂ। ਇੱਕ ਦਵੰਦਵਾਦ ਹੈ ਜੋ ਹਿਸਟੋਰੀਕਲ ਮਟੀਰੀਅਲਿਜ਼ਮ ਹੈ। ਪੋਲੀਟੀਕਲ ਇਕੋਨਮੀ ਹੈ, ਤੇ ਇੱਕ ਥਰਡ ਹੋ ਰਿਹਾ, ਸ਼ਾਇਦ ਕੁਝ ਦੇਰ ਹੋ ਗਈ ਮੈਨੂੰ ਬਸ ਇਸ ਟਾਈਪ ਦੇ। ਨਹੀਂ ਯਾਰ, ਇਹ ਨਹੀਂ ਹੈਗਾ। ਉਹਨੇ 3 ਅਸੂਲ ਇਹ ਦੱਸੇ ਕਿ ਜਿਹੜੀ ਪਹਿਲਾ ਅਸੂਲ ਇਹ ਹੈਗਾ ਕਿ ਹਰ ਜਿਹੜੀ ਐਂਟੀਟੀ ਹੈ ਉਹ ਕੰਪੋਜ਼ਡ ਹੈ ਆਪੋਜ਼ਿਟਸ ਦੀ। ਹਰ ਐਂਟੀਟੀ ਦੇ ਵਿੱਚ ਨੈਗੇਟਿਵ ਔਰ ਪੋਜ਼ਿਟਿਵ ਦੋਨੋਂ ਹੁੰਦੇ ਨੇ। ਯੂਨਿਟੀ ਆਫ ਆਪੋਜ਼ਿਟਸ। ਹਰ ਰਿਐਲਿਟੀ ਜਿਹੜੀ ਹੈ ਉਹ ਯੂਨਿਟੀ ਆਫ ਆਪੋਜ਼ਿਟਸ ਹੈ, ਪਹਿਲਾ ਅਸੂਲ। ਦੂਜਾ ਅਸੂਲ ਕਿ ਜਿਹੜੀ ਕੁਆਂਟੀਟੇਟਿਵ ਤਬਦੀਲੀਆਂ ਨੇ, ਮਿਕਦਾਰੀ ਤਬਦੀਲੀਆਂ ਜਿਹੜੀਆਂ ਨੇ, ਉਹ ਇਵੈਂਚੁਅਲੀ ਕੁਆਲਿਟੇਟਿਵ ਤਬਦੀਲੀ ਦੇ ਵਿੱਚ ਬਦਲ ਜਾਂਦੀਆਂ ਨੇ। ਜੀ। ਇਹ ਦੂਜਾ ਅਸੂਲ ਹੈ। ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਹੇਗਲ ਨੇ ਬੱਚੇ ਦੀ ਮਿਸਾਲ ਦਿੱਤੀ ਹੈ ਕਿ ਮਾਂ ਦੇ ਪੇਟ ਵਿੱਚ ਕਿਵੇਂ ਹੁੰਦਾ ਤੇ ਫਿਰ ਜਦੋਂ ਪੈਦਾ ਹੋ ਜਾਂਦਾ ਤੇ ਉਹ ਕੁਆਲਿਟੇਟਿਵ ਤਬਦੀਲੀ ਹੈ। ਠੀਕ। ਤੀਸਰਾ ਜਿਹੜਾ ਅਸੂਲ ਹੈ ਜਿਹੜਾ ਦੱਸਿਆ ਐਂਗਲਸ ਨੇ, ਉਹ ਹੈ ਨੇਗੇਸ਼ਨ ਆਫ ਨੇਗੇਸ਼ਨ। ਇਹ 3 ਅਸੂਲ ਜਿਹੜੇ ਨੇ ਇਹਨਾਂ ਨੂੰ ਯਾਦ ਰੱਖੋ, ਲਿਖ ਲਓ। ਜੀ ਠੀਕ। ਨੇਗੇਸ਼ਨ ਆਫ ਨੇਗੇਸ਼ਨ, ਕਿ ਜੋ ਵੀ ਆਈਡੀਆ ਪ੍ਰਵੇਲ ਕਰ ਰਿਹਾ ਹੁੰਦਾ ਹੈ ਜਾਂ ਸਿਸਟਮ ਪ੍ਰਵੇਲ ਕਰ ਰਿਹਾ ਹੁੰਦਾ ਹੈ ਤੇ ਉਹਦੇ ਅੰਦਰ ਉਹਨੂੰ ਤਬਾਹ ਕਰਨ ਦੀਆਂ ਜਾਂ ਉਹਨੂੰ ਨੇਗੇਟ ਕਰਨ ਦੀਆਂ ਤਾਕਤਾਂ ਮੌਜੂਦ ਹੁੰਦੀਆਂ ਨੇ, ਤੇ ਉਹ ਉਹਨੂੰ ਨੇਗੇਟ ਕਰ ਦਿੰਦੀਆਂ ਨੇ ਜਾਂ ਉਹਨੂੰ ਤਬਾਹ ਕਰ ਦਿੰਦੀਆਂ ਨੇ। ਤੇ ਉਹਨਾਂ ਦੇ ਲੇਕਿਨ ਉਹ ਜੋ ਕੁਝ ਉਹ ਜਿਹੜਾ ਕੁਝ ਉਹਦੇ ਨਤੀਜੇ ਦੇ ਤੌਰ ਤੇ ਬਣਦਾ ਹੈ, ਫਿਰ ਉਹਦੀ ਵੀ ਨੇਗੇਸ਼ਨ ਹੁੰਦੀ ਹੈ।
ਨਿਗੇਸ਼ਨ ਆਫ ਨਿਗੇਸ਼ਨ ਵੀ ਹੁੰਦੀ ਹੈ। ਜਿਵੇਂ ਇੱਕ ਚੀਜ਼ ਦੀ ਨਿਗੇਸ਼ਨ ਹੋਈ ਤੇ ਉਹ ਜੋ ਦੇ ਨਤੀਜੇ ਤੇ ਜੋ ਚੀਜ਼ ਬਣੀ ਉਹਦੀ ਵੀ ਨਿਗੇਸ਼ਨ ਹੋਏਗੀ। ਡਾਕਟਰ ਸਾਹਿਬ ਦੂਜਾ ਜਿਹੜਾ ਪੁਆਇੰਟ ਤੁਸੀਂ ਦੱਸਿਆ ਉਹ ਜ਼ਰਾ ਦੁਬਾਰਾ ਦੱਸ ਦਿਓ। ਇੱਕ ਤੁਸੀਂ ਯੂਨਿਟੀ ਆਫ ਆਪੋਜ਼ਿਟਸ ਦੱਸਿਆ, ਦੂਜਾ ਨਿਗੇਸ਼ਨ ਆਫ, ਤੀਸਰਾ ਨਿਗੇਸ਼ਨ ਆਫ ਨਿਗੇਸ਼ਨ ਦੱਸਿਆ ਤੇ ਜੋ ਦੂਜਾ ਦੂਸਰਾ ਮੈਂ ਦੱਸਿਆ ਕਿ ਜਿਹੜੀਆਂ ਕੁਆਂਟੀਟੇਟਿਵ ਤਬਦੀਲੀਆਂ ਨੇ ਉਹ ਕੁਆਲਿਟੇਟਿਵ ਤਬਦੀਲੀਆਂ ਵਿੱਚ ਬਦਲ ਜਾਂਦੀਆਂ ਨੇ। ਹੇਗਲ ਜਿਹੜਾ ਹੈ ਉਹਦੀ ਮਿਸਾਲ ਇਹ ਦਿੰਦਾ ਹੈ ਕਿ ਜਿਵੇਂ ਬੱਚਾ ਹੈ, ਬੱਚਾ ਜਿਹੜਾ ਹੈ ਉਹ ਮਾਂ ਦੇ ਪੇਟ 'ਚ ਕਨਸੀਵ ਹੁੰਦਾ ਹੈ, ਠੀਕ। ਉਹਦੇ ਮਾਂ ਦੇ ਪੇਟ ਦੇ ਵਿੱਚ ਹੀ ਉਹਦੇ ਹੱਥ ਬਣਦੇ ਨੇ, ਪੈਰ ਬਣਦੇ ਨੇ। ਉਹਦੇ ਵਿੱਚ ਕੁਆਂਟੀਟੇਟਿਵ ਤਬਦੀਲੀਆਂ ਹੁੰਦੀਆਂ ਨੇ, ਯਾਨੀ ਜਿਸਮਾਨੀ ਤਬਦੀਲੀਆਂ ਹੁੰਦੀਆਂ ਨੇ। ਹੱਥ ਬਣਦੇ ਨੇ, ਪੈਰ ਬਣਦੇ ਨੇ, ਉਹਦਾ ਵਜੂਦ ਬਣਦਾ ਹੈ ਅੰਦਰ। ਫਿਰ ਉਹ ਜਦੋਂ ਮੁਕੰਮਲ ਹੋ ਜਾਂਦੀਆਂ ਨੇ, ਕੁਆਂਟੀਟੇਟਿਵ ਤਬਦੀਲੀਆਂ ਜਿਹੜੀਆਂ ਇੱਕ ਹੱਦ ਤਾਈਂ ਪਹੁੰਚ ਜਾਂਦੀਆਂ ਨੇ, ਤੇ ਫਿਰ ਉੱਥੇ ਜਾ ਕੇ ਉਹ ਬੱਚਾ ਪੈਦਾ ਹੋ ਜਾਂਦਾ ਹੈ, ਆਪਣੇ ਮਾਂ ਦੇ ਪੇਟ ਚੋਂ ਨਿਕਲ ਆਉਂਦਾ ਹੈ। ਉਹ ਇੱਕ ਆਪਣੇ ਤੌਰ ਦੇ ਉੱਤੇ ਇੱਕ ਵੱਖਰਾ ਇੰਡੀਵਿਜੂਅਲ, ਆਪਣੀ ਸੋਚ, ਆਪਣੀ ਵਿਚਾਰ, ਸਾਰਾ ਕੁਝ ਉਹਦੇ ਨਾਲ ਪੈਦਾ ਹੋ ਜਾਂਦਾ ਹੈ। ਇਹ ਕੁਆਲਿਟੇਟਿਵ ਤਬਦੀਲੀ ਹੈ। ਸਮਝ ਆਈ? ਹਾਂਜੀ ਜੀ ਜੀ ਬਿਲਕੁਲ। ਹੁਣ ਤੁਸੀਂ ਹੁਣ ਕੋਈ ਮਿਸਾਲ ਲੱਭੋ, ਰਾਣਾ ਸਾਹਿਬ, ਸਾਰੇ ਤੁਸੀਂ ਮਿਸਾਲ ਲੱਭੋ ਕੁਆਂਟੀਟੇਟਿਵ ਤਬਦੀਲੀਆਂ ਜਿਹੜੀਆਂ ਨੇ ਉਹ ਕੁਆਲਿਟੇਟਿਵ ਦੇ ਵਿੱਚ ਕਿਵੇਂ ਤਬਦੀਲ ਹੁੰਦੀਆਂ। ਅੱਛਾ, ਮੈਂ ਤੇ ਇਹਨੂੰ ਆਪਣੇ ਜ਼ਰਾਤ ਦੇ ਵਿੱਚ ਹੀ ਕਰ ਸਕਦਾ ਕਿ ਜਿਹੜੀਆਂ ਚੀਜ਼ਾਂ ਅਸੀਂ ਬੈਰੂਨੀ ਅਵਾਮਲ ਕਹਿੰਦੇ ਆ, ਮਸਲਨ ਟੈਕਨੋਲੋਜੀ ਹੈ, ਠੀਕ ਹੈ ਜੀ, ਉਹ ਅੱਗੇ ਜਾ ਕੇ ਅੰਦਰੂਨੀ ਅਵਾਮਲ ਬਣ ਜਾਂਦੇ ਨੇ। ਮਤਲਬ ਤੁਸੀਂ ਉਹਨੂੰ ਅੰਦਰੂਨੀ ਕਹਿ ਸਕਦੇ ਹੋ, ਕੁਆਲਿਟੇਟਿਵ ਚੇਂਜ ਆ ਜਾਂਦੀ ਹੈ। ਇੱਕ ਟਰੈਕਟਰ ਆ ਗਿਆ, 2 ਟਰੈਕਟਰ ਆ ਗਿਆ, ਟਿਊਬਵੈਲ ਆ ਗਿਆ, ਸਾਰਾ ਕੁਝ ਆ ਗਿਆ, ਲੇਕਿਨ ਬਾਅਦ ਚ ਇਹੀ ਐਸੈਂਸ਼ੀਅਲਸ ਬਣ ਕੇ ਤੁਹਾਡੀ ਪੈਦਾਵਾਰੀ ਅਮਲ ਦੀ ਸਾਰੀ ਚੀਜ਼ ਨੂੰ ਤਬਦੀਲ ਕਰ ਰਹੇ ਹੁੰਦੇ। ਯੂ ਕੈਨਟ ਗੋ ਬੈਕ। ਹਾਂ, ਮਤਲਬ ਇਹ ਵੀ ਹੈਗਾ। ਲੇਕਿਨ ਤੁਸੀਂ ਮਿਸਾਲ ਦੇ ਤੌਰ ਤੇ ਇਹਦੀ ਇੱਕ ਹੋਰ ਮਿਸਾਲ ਬਹੁਤ ਸਾਦਾ ਜੀ ਲੈ ਲਓ ਕਿ ਤੁਸੀਂ ਪਾਣੀ ਨੂੰ ਉਬਾਲਦੇ ਹੋ, ਪਾਣੀ ਨੂੰ ਤੁਸੀਂ ਅੱਗ ਦੇ ਉੱਤੇ ਰੱਖਦੇ ਹੋ, ਠੀਕ ਹੈ। ਉਹ ਹੌਲੀ 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 ਉਹ ਗਰਮ ਹੋਣਾ ਸ਼ੁਰੂ ਹੁੰਦਾ ਹੈ। ਉਹਦੀ ਟੈਂਪਰੇਚਰ ਵੱਧਦਾ ਜਾਂਦਾ ਹੈ। ਉਹਦੀ ਜਿਹੜੀ ਟੈਂਪਰੇਚਰ ਦੇ ਵਿੱਚ ਤਬਦੀਲੀ ਆ ਰਹੀ ਹੈ ਉਹ ਕੁਆਂਟੀਟੇਟਿਵ ਤਬਦੀਲੀ ਹੈ, ਕਿਉਂਕਿ ਹੈ ਉਹ ਪਾਣੀ, ਲੇਕਿਨ ਉਹ ਠੰਡੇ ਤੋਂ ਗਰਮ ਹੁੰਦਾ ਜਾ ਰਿਹਾ ਹੈ। ਸਹੀ ਸਹੀ। ਫਿਰ ਇੱਕ ਸਟੇਜ ਤੇ ਜਾ ਕੇ ਉਹ ਭਾਪ ਬਣ ਜਾਂਦਾ ਹੈ, ਉਹ ਪਾਣੀ ਨਹੀਂ ਰਹਿੰਦਾ। ਉਹਦੀ ਕੁਆਲਿਟੇਟਿਵ ਤਬਦੀਲੀ ਹੈ। ਵਾਓ, ਵੈਰੀ ਕਲੀਅਰ ਵਨ, ਬਹੁਤ ਕਲੀਅਰ ਮਿਸਾਲ ਹੈ। ਇਹ ਕਲੀਅਰ ਮਿਸਾਲ ਹੈ ਨਾ। ਮਤਲਬ ਇਹਦੇ ਚ ਦੇਖੋ ਕਿ ਉਹ ਬਿਲਕੁਲ ਇੱਕ ਕੁਆਲਿਟੇਟਿਵ ਤਬਦੀਲੀ ਉਹਦੇ ਚ ਆ ਜਾਂਦੀ ਹੈ। ਅੱਛਾ, ਇਹ ਜਿਹੜਾ ਅਮਲ ਹੈਗਾ, ਇਹ ਜਿਹੜੀ ਕੈਮਿਸਟਰੀ ਦੇ ਵਿੱਚ ਤੇ ਇਹ ਬਹੁਤ ਤੁਸੀਂ ਵਾਜ਼ੇ ਤੌਰ ਤੇ ਦੇਖ ਸਕਦੇ ਹੋ ਕਿ ਮਿਸਾਲ ਦੇ ਤੌਰ ਤੇ ਤੁਸੀਂ ਹਾਈਡਰੋਜਨ ਔਰ ਆਕਸੀਜਨ ਜਿਹੜੀ ਹੈ ਉਹਨੂੰ ਵੱਖਰੀ ਵੱਖਰੀ ਗੈਸਸ ਦੇ ਤੌਰ ਤੇ ਦੇਖ ਸਕਦੇ ਹੋ, ਠੀਕ ਹੈ ਨਾ। ਲੇਕਿਨ ਅਗਰ ਤੁਸੀਂ ਉਹਨਾਂ ਦੀ ਇੱਕ ਖਾਸ ਮਿਕਦਾਰ ਨੂੰ ਇੱਕ ਥਾਂ ਇਕੱਠੀ ਕਰਦੇ ਹੋ, ਜਿਹਨੂੰ H2O ਕਹਿੰਦੇ ਆ ਅਸੀਂ, ਤੇ ਉਹ ਪਾਣੀ ਬਣ ਜਾਂਦਾ ਹੈ। ਸੋ ਜਿਹੜੀ ਮਿਕਦਾਰੀ ਉਹਦੀਆਂ ਤਬਦੀਲੀਆਂ ਨੇ, ਕੁਆਂਟੀਟੇਟਿਵ ਤਬਦੀਲੀਆਂ ਗੈਸਸ ਦੀਆਂ ਨੇ, ਉਹਨਾਂ ਨੇ ਉਹਨੂੰ ਇੱਕ ਕੁਆਲਿਟੀ ਦੇ ਤਬਦੀਲੀ ਕਰਤਾ, ਯਾਨੀ ਗੈਸਾਂ ਤੋਂ ਪਾਣੀ ਬਣ ਗਿਆ, ਠੀਕ। ਇਹਦੀ ਜਿਹੜੀ ਕੁਆਂਟੀਟੇਟਿਵ ਤਬਦੀਲੀਆਂ ਦੀ ਕੁਆਲਿਟੇਟਿਵ ਤਬਦੀਲੀਆਂ ਦੇ ਵਿੱਚ ਜਿਹੜੀ ਬਦਲੀ ਹੈ, ਇਹ ਬਹੁਤ ਫੰਡਾਮੈਂਟਲ ਕਾਨਸੈਪਟ ਹੈਗਾ ਡਾਇਲੈਕਟ੍ਰਿਕਲ ਮਟੀਰੀਅਲਿਜ਼ਮ ਦਾ, ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅਗਰ ਤੁਸੀਂ ਇਸ ਨੂੰ ਨਾ ਮੰਨੋ ਤੇ ਫਿਰ ਤੁਸੀਂ ਬੇਸਿਕਲੀ ਜਿਹੜਾ ਹੈ ਉਹ ਨਿਜ਼ਾਮ ਦੀ ਤਬਦੀਲੀ, ਸਟੇਜਸ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਨਹੀਂ ਮੰਨ ਸਕਦੇ। ਸਟੇਜਸ ਜਿਹੜੀਆਂ ਮੰਨ ਨਹੀਂ ਸਕਦੇ, ਜਾਂ ਤੁਸੀਂ ਇਹ ਕਹੋਗੇ ਕਿ ਚੀਜ਼ਾਂ ਡਿਫਾਈਨ ਨਹੀਂ ਕਰ ਸਕਦੇ।
ਤੁਸੀਂ ਇਹ ਕਹੋਗੇ ਕਿ ਚੀਜ਼ਾਂ ਗ੍ਰੈਜੂਅਲੀ ਇਨਕਰੀਮੈਂਟਲ ਹੁੰਦੀਆਂ ਨੇ, ਕੋਈ ਰੈਵੋਲੂਸ਼ਨ ਨਹੀਂ ਹੋਣਾ ਚਾਹੁੰਦਾ। ਰਾਈਟ। ਲੇਕਿਨ ਜੇ ਤੁਸੀਂ ਇਸ ਅਸੂਲ ਨੂੰ ਮੰਨਦੇ ਹੋ ਕਿ quantitative changes lead to qualitative changes, then you recognize that in every natural or social phenomena there is a point where it changes into a different quality. ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਅਗਰ ਸੁਸਾਇਟੀ ਨੂੰ ਲਓ ਤੇ ਸੁਸਾਇਟੀ ਜਿਹੜੀਆਂ ਨੇ ਉਹ ਜਦੋਂ ਫਿਊਡਲ ਸਨ ਤੇ ਬਾਦਸ਼ਾਹ ਸੀ, ਉਦੋਂ ਬਾਦਸ਼ਾਹੀ ਦਾ ਨਿਜ਼ਾਮ ਹੁੰਦਾ ਸੀ ਨਾ। ਬਿਲਕੁਲ। ਅੱਛਾ, ਤੇ ਬਾਦਸ਼ਾਹੀ ਨਿਜ਼ਾਮ ਦਾ ਮਤਲਬ ਹੈ ਕਿ ਬਾਦਸ਼ਾਹੀ ਜ਼ਮੀਨ ਨੂੰ ਓਨ ਕਰਦਾ ਹੈ ਤੇ ਬਾਦਸ਼ਾਹੀ ਜਿਹੜਾ ਹੈ ਉਹ ਇੱਕ ਇੰਸਟੀਟਿਊਸ਼ਨ ਹੈ, ਠੀਕ। ਰਾਈਟ। ਫਿਰ ਉਹਦੇ ਵਿੱਚ ਹੌਲੀ ਹੌਲੀ ਤੁਸੀਂ ਦੇਖਦੇ ਹੋ ਕਿ ਕੁਆਂਟੀਟੇਟਿਵ ਤਬਦੀਲੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ। ਮਤਲਬ ਯੂਰਪ ਦੇ ਵਿੱਚ ਬਾਦਸ਼ਾਹ ਦੇ ਨਾਲ ਨਾਲ ਪਾਰਲੀਮੈਂਟਸ ਬਣਨੀਆਂ ਸ਼ੁਰੂ ਹੋ ਗਈਆਂ। ਉਹਨਾਂ ਦੇ ਜਿਹੜੇ ਇਖਤਿਆਰ ਸਨ, ਅਸੈਂਬਲੀਆਂ ਦੇ ਜਿਹੜੀਆਂ ਬਣੀਆਂ ਉਸ ਜ਼ਮਾਨੇ 'ਚ, ਉਹ ਲਿਮਿਟਡ ਸਨ, ਲੇਕਿਨ ਬਣਨੀਆਂ ਸ਼ੁਰੂ ਹੋ ਗਈਆਂ। ਅਖੀਰ ਇਹ ਹੋਇਆ ਕਿ ਜਿਹੜਾ ਫਿਊਡਲ ਸਿਸਟਮ ਸੀ, ਬਾਦਸ਼ਾਹੀ ਦਾ ਨਿਜ਼ਾਮ ਪੂਰਾ ਸੀ, ਉਹ ਤਬਦੀਲ ਹੋ ਗਿਆ ਔਰ ਉਹਦੀ ਜਗ੍ਹਾ ਦੇ ਉੱਤੇ ਇੱਕ ਡੈਮੋਕ੍ਰੈਟਿਕ ਸਿਸਟਮ, ਮਾਡਰਨ ਸਟੇਟ ਦਾ ਜਿਹੜਾ ਉਹ ਆ ਗਿਆ, ਠੀਕ ਹੈ ਨਾ ਜੀ। ਜੇ ਤੇ ਫਰਜ਼ ਕਰੋ ਅਸੀਂ ਇਨਕਰੀਮੈਂਟਲ ਤਬਦੀਲੀਆਂ ਨੂੰ ਹੀ ਸਮਝਦੇ ਕਿ ਹੋਣੀਆਂ ਨੇ, ਤੇ ਫਿਰ ਤੇ ਤੁਸੀਂ ਅੱਜ ਵੀ ਹਿੰਦੁਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ ਅੱਜ ਵੀ ਹੋ ਸਕਦਾ ਮੁਗਲ ਸ਼ਾਹੀ ਚੱਲ ਰਹੀ ਹੁੰਦੀ ਤੇ ਉਹਦੇ ਵਿੱਚ ਕੋਈ ਛੋਟੀਆਂ ਮੋਟੀਆਂ ਤਬਦੀਲੀਆਂ ਆ ਗਈਆਂ ਹੁੰਦੀਆਂ, ਲੇਕਿਨ ਤੁਸੀਂ ਦੇਖਦੇ ਹੋ ਕਿ ਉਹ ਮੁਕੰਮਲ ਤੌਰ ਤੇ ਉਹਨਾਂ ਦਾ ਖਾਤਮਾ ਹੋ ਜਾਂਦਾ ਹੈ ਔਰ ਉਹਦੀ ਜਗ੍ਹਾ ਤੇ ਇੱਕ ਹੋਰ ਨਿਜ਼ਾਮ ਜਿਹੜਾ ਉਹ ਲੈ ਲੈਂਦਾ ਹੈ। ਆਪਣਾ ਮਰੀਮ ਗੱਲ ਸਮਝ ਆਈ ਤੁਹਾਨੂੰ? ਕੁਆਂਟਿਟੀ ਕਿਵੇਂ ਕੁਆਲਿਟੀ ਤਬਦੀਲ ਹੁੰਦੀਆਂ? ਜੀ ਡਾਕਟਰ ਸਾਹਿਬ ਬਿਲਕੁਲ ਸਮਝ ਆ ਰਹੀ ਹੈ। ਹਾਂ, ਮਤਲਬ ਇਹ ਬਹੁਤ ਇੱਕ ਫੰਡਾਮੈਂਟਲ ਜਿਹੜਾ ਕਨਸੈਪਟ ਹੈ ਡਾਇਲੈਕਟ੍ਰੀਕਲ ਮਟੀਰੀਅਲਿਜ਼ਮ ਦਾ। ਇਹ ਜਿਹੜਾ ਪਹਿਲੇ ਤੇ ਹਿਸਟੋਰੀਕਲੀ ਸਪੀਕਿੰਗ ਜਿਹੜੀ ਸ਼ੁਰੂ ਦਾ ਜ਼ਮਾਨਾ ਸੀ ਕੈਪੀਟਲਿਜ਼ਮ ਦਾ, ਉਹਦੇ ਵਿੱਚ ਤੇ ਜਿਹੜੀ ਨਵੀਂ ਉੱਭਰਦੀ ਕਲਾਸ ਸੀਗੀ ਉਹ ਸਾਇੰਸ ਦੇ ਇਸ ਅਸੂਲ ਨੂੰ ਮੰਨਦੀ ਸੀ ਜਾਂ ਪ੍ਰਮੋਟ ਕਰਦੀ ਸੀ, ਲੇਕਿਨ ਫਿਰ ਉਹਨਾਂ ਨੇ ਇੱਕ ਸਟੇਜ ਤੇ ਜਾ ਕੇ ਜਦੋਂ ਚੰਗੀ ਤਰ੍ਹਾਂ ਸਟੈਬਲਿਸ਼ ਹੋ ਗਏ ਤੇ ਉਹਨਾਂ ਨੇ ਫਿਰ ਇਸ ਅਸੂਲ ਦੇ ਪ੍ਰਚਾਰ ਨੂੰ ਜਿਹੜਾ ਹੈ ਉਹ ਛੱਡ ਦਿੱਤਾ। ਉਹਨਾਂ ਕਿਹਾ ਜੀ ਜਿਹੜੀ ਕੈਪੀਟਲਿਸਟ ਸਿਸਟਮ ਹੈ ਇਹ ਦੁਨੀਆ ਦਾ ਅਖੀਰ ਹੈ। ਮਤਲਬ ਇਹ ਹੈ ਕਿ ਜੋ ਬਿਹਤਰੀਨ ਚੀਜ਼ ਬਣ ਸਕਦੀ ਸੀ ਉਹ ਬਣ ਗਈ ਹੈ ਤੇ ਹੁਣ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਣੀ। ਇਹਦੇ ਵਿੱਚ ਇਨਕਰੀਮੈਂਟਲ ਤਬਦੀਲੀਆਂ ਤੇ ਹੋਣਗੀਆਂ ਕਿ ਕੈਪੀਟਲਿਸਟ ਸਿਸਟਮ ਦੇ ਵਿੱਚ ਰਫਾਈ ਨਿਜ਼ਾਮ ਆ ਜਾਏਗਾ, ਉਹਦੇ ਵਿੱਚ ਛੋਟੀਆਂ ਬਦਲੀਆਂ ਇੱਧਰ ਉੱਧਰ ਦੀਆਂ ਹੋਣਗੀਆਂ, ਲੇਕਿਨ ਕੈਪੀਟਲਿਜ਼ਮ ਐਜ਼ ਏ ਹੋਲ ਸਿਸਟਮ ਜਿਹੜਾ ਹੈ ਉਹਦੀ ਜਗ੍ਹਾ ਤੇ ਕੋਈ ਹੋਰ ਸਿਸਟਮ ਨਹੀਂ ਆ ਸਕਦਾ। ਜਿਵੇਂ ਕਿ ਮਾਰਕਸ ਜਾਂ ਐਂਗਲਸ ਕਹਿ ਰਹੇ ਸਨ ਕਿ ਉਹਦੀ ਜਗ੍ਹਾ ਤੇ ਸੋਸ਼ਲਿਜ਼ਮ ਦਾ ਕੈਪੀਟਲਿਜ਼ਮ ਆ ਸਕਦੇ ਨੇ, ਠੀਕ ਹੈ ਨਾ। ਅੱਛਾ, ਇਹ ਤੇ ਹੁਣ ਵੈਸਟਡ ਇੰਟਰਸਟ ਹੋ ਗਿਆ ਨਾ, ਜਿਹੜੀ ਲੇਟਰ ਕੈਪੀਟਲਿਸਟ ਔਰ ਜਿਹੜੀ ਇੰਟਰਪ੍ਰੀਨਿਓਰੀਅਲ ਬੂਰਜੂਆ ਜਿਹੜੀ ਇੰਟੈਲੈਕਚੁਅਲ ਨੇ ਉਹ ਇਸੇ ਚੀਜ਼ ਨੂੰ ਹੀ ਉਹ ਪ੍ਰਮੋਟ ਕਰਦੇ ਨੇ। ਔਰ ਜਿਹੜੀ ਸਾਰੀ ਰਿਸਰਚ ਹੁੰਦੀ ਹੈ ਉਹ ਇੰਨੀ ਹੁੰਦੀ ਹੈ ਸਾਰੀ ਕਿ ਮਾਜ਼ੀ ਦਾ ਡੇਟਾ ਇਕੱਠਾ ਕਰਕੇ ਤੇ ਉਹਦੇ ਤੋਂ ਹੀ ਉਹ ਫਿਊਚਰ ਨੂੰ ਪ੍ਰੈਡਿਕਟ ਕਰ ਦਿੰਦੇ ਨੇ। ਇਹਨੀ ਇਨਕਰੀਮੈਂਟਲ ਤਬਦੀਲੀ ਕਿਵੇਂ ਹੋਏਗੀ? ਅਗਰ ਅਸੀਂ ਕੁਆਲਿਟੇਟਿਵ ਤਬਦੀਲੀ ਜਿਹੜੀ ਹੈ ਉਹਨੂੰ ਅਗਰ ਅਸੀਂ ਮੰਨ ਲਈਏ ਕਿ ਉਹ ਹੋ ਸਕਦੀ ਹੈ
ਤੇ ਅਸੀਂ ਜਿਸ ਸਟੇਜ ਤੋਂ ਗੁਜ਼ਰਨੇ ਆ ਜਿਹੜੀਆਂ 40 ਸਾਲਾਂ ਦੇ ਵਿੱਚ ਕੁਆਂਟੀਟੇਟਿਵ ਤਬਦੀਲੀਆਂ ਆ ਚੁੱਕੀਆਂ ਨੇ ਸਾਡੀ ਪੈਦਾਵਾਰੀ ਨਿਜ਼ਾਮ 'ਚ, ਸਾਡੀ ਰਹਿਤ ਵਹਿਤ ਦੇ ਵਿੱਚ, ਸਾਡੀ ਸਟੇਟ ਦੇ ਵਿੱਚ, ਸਾਡੀ ਹਰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਜਿਹੜੀਆਂ ਕੁਆਂਟੀਟੇਟਿਵ ਤਬਦੀਲੀਆਂ ਆ ਚੁੱਕੀਆਂ ਨੇ, ਕਿਆ ਇਹ ਕਿਸੇ ਨਵੇਂ ਕੁਆਲੀਟੇਟਿਵ ਨਿਜ਼ਾਮ ਨੂੰ ਪੈਦਾ ਕਰ ਸਕਦੀਆਂ ਨੇ? ਇਹਦੇ ਤੇ ਤੁਸੀਂ ਆਪਣੀ ਆਪਣੀ ਰਾਏ ਦਿਓ। ਹਾਂਜੀ ਰਾਣਾ ਸਾਹਿਬ ਦੱਸੋ। ਸਰ ਗੱਲ ਇਹ ਹੈ ਕਿ ਇਸ ਅਸੂਲ ਦੇ ਤਹਿਤ ਯਕੀਨਨ ਇਹ ਟੈਂਪਰੇਚਰ ਵੱਧਦਾ ਜਾਣਾ ਚਾਹੀਦਾ ਔਰ ਇੱਕ ਖਾਸ ਨੁਕਤੇ ਤੇ ਜਾ ਕੇ ਇੱਕ ਕੁਆਲਿਟੇਟਿਵ ਚੇਂਜ ਆ ਜਾਣੀ ਚਾਹੀਦੀ, ਇਹਨੂੰ ਜੰਪ ਕਰਨਾ ਚਾਹੀਦਾ, ਇੱਕ ਇਨਕਲਾਬ ਆਉਣਾ ਚਾਹੀਦਾ ਹੈ, ਪੂਰਾ ਸਿਸਟਮ ਬਦਲ ਜਾਣਾ ਚਾਹੀਦਾ। ਠੀਕ ਹੈ ਨਾ ਜੀ? ਹਾਂਜੀ। ਲੇਕਿਨ ਟਿਪਿੰਗ ਪੁਆਇੰਟ ਕਿਹੜਾ ਹੈ, ਇਸ ਨੂੰ ਜੱਜ ਕਰਨ ਦੀ ਜ਼ਰੂਰਤ ਹੈ। ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਨਾਲ ਆਲੇ ਦੁਆਲੇ ਕੀ ਤਬਦੀਲੀਆਂ ਆ ਰਹੀਆਂ ਨੇ। ਤੇ ਸਾਡਾ ਜ਼ਰਾ ਪੇਂਡੂ ਜਿਹਾ ਜ਼ਿਹਨ ਹੈ ਹਲੇ, ਮਤਲਬ ਉਹ ਅਸੀਂ ਸੋਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਇੰਨੀ ਛੇਤੀ ਉੱਤੇ ਤਬਸਰਾ ਨਹੀਂ ਅਸੀਂ ਕਰ ਸਕਦੇ, ਹੋ ਸਕਦਾ ਜਨਾਬ। ਨਹੀਂ ਉਹ ਸਹੀ ਹੈ ਤੁਹਾਡੀ ਗੱਲ, ਲੇਕਿਨ ਸਾਨੂੰ ਇਹ ਪਤਾ ਹੈ, ਇਹਨੇ ਹੋਣਾ ਹੈ। ਹਾਂ ਸਾਨੂੰ ਇਹ ਪਤਾ ਹੈ ਕਿ ਇੰਨੀਆਂ ਕੁਆਂਟੀਟੇਟਿਵ ਤਬਦੀਲੀਆਂ ਆ ਚੁੱਕੀਆਂ ਨੇ ਕਿ ਇਹਨਾਂ ਦੇ ਨਤੀਜੇ ਦੇ ਤੌਰ ਤੇ ਕੁਆਲੀਟੇਟਿਵ ਤਬਦੀਲੀ ਆਉਣੀ ਹੈ। ਬਿਲਕੁਲ ਸਹੀ। ਯਾਨੀ ਇਨ ਅਦਰ ਵਰਡਸ ਜਿਹੜਾ ਇਸ ਵੇਲੇ ਤੱਕ ਮਾਰਕੀਟ ਬੇਸਡ ਕੈਪੀਟਲਿਜ਼ਮ ਦਾ ਜਿਹੜਾ ਨਿਜ਼ਾਮ ਹੈ, ਇਹਦੇ ਵਿੱਚ ਮੁੱਢਲੀ ਤਬਦੀਲੀ ਆਉਣੀ ਹੈ। ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਇਸ ਵੇਲੇ ਕਿ ਉਹ ਕਿਦੋਂ ਆਉਣੀ ਹੈ ਔਰ ਉਹਦੀ ਬਦਲੀ ਹੋਈ ਸ਼ਕਲ, ਜਿਹੜੀ ਨਵਾਂ ਸਿਸਟਮ ਆਉਣਾ ਉਹ ਕੀ ਹੋਣਾ ਹੈ। ਸਹੀ। ਉਹਦੇ ਬਾਰੇ ਸਾਨੂੰ ਨਹੀਂ ਪਤਾ ਹੈਗਾ, ਲੇਕਿਨ ਸਾਨੂੰ ਇਹ ਪਤਾ ਹੈਗਾ ਕਿ ਕੁਆਂਟੀਟੇਟਿਵ ਤਬਦੀਲੀਆਂ ਜਿਹੜੀਆਂ ਨੇ ਉਹ ਕਿਸੇ ਨਵੀਂ ਕੁਆਲਿਟੀ ਦੇ ਵਿੱਚ ਬਦਲਣੀਆਂ। ਅੱਛਾ, ਐਕਚੁਅਲੀ ਹਾਲਾਤ ਅਸੀਂ ਪਿਛਲੀ ਵਾਰੀ ਵੀ ਡਿਸਕਸ ਕਰ ਰਹੇ ਸਨ ਨਾ ਜੀ ਕਿ ਮਾਰਕਸ ਨੇ ਜਿਹੜਾ ਪ੍ਰੈਡਿਕਟ ਕੀਤਾ ਹੈ ਸਰਮਾਏਦਾਰੀ ਤੋਂ ਬਾਅਦ, ਉਹ ਜਿਹੜਾ ਨਿਜ਼ਾਮ ਉਹਨੇ ਕਮਿਊਨਿਜ਼ਮ ਜਾਂ ਸੋਸ਼ਲਿਜ਼ਮ ਜਾਂ ਪ੍ਰੋਲਤਾਰੀ ਦੀ ਜਿਹੜੀ ਡਿਕਟੇਟਰਸ਼ਿਪ ਹੈ, ਉਹਦੇ ਸ਼ਾਇਦ ਬੁਨਿਆਦੀ ਤਕਾਜ਼ੇ ਪੂਰੇ ਨਹੀਂ ਹੋ ਪਾ ਰਹੇ। ਲੋਕ, ਜਿਹੜਾ ਇਨਸਾਨ ਹੈ ਉਹ ਮਜ਼ਦੂਰ ਹੈ ਜਿਹੜਾ, ਉਹ ਬੁਨਿਆਦੀ ਚੀਜ਼ ਨਹੀਂ ਅਬੰਡਨ ਹੋ ਰਿਹਾ ਹੈ। ਠੀਕ ਹੈ ਨਾ ਜੀ? ਟੈਕਨੋਲੋਜੀ ਚੇਂਜ ਹੋ ਗਈ ਹੈ, ਹੁਣ ਰੋਬੋਟਸ ਆ ਜਾਣਗੇ, ਇਨਸਾਨ ਦੀ ਸ਼ਾਇਦ ਜ਼ਰੂਰਤ ਨਾ ਰਹੇਗੀ। ਤੇ ਇਸੇ ਕਰਕੇ ਅਸੀਂ ਅੱਜ ਬੈਠੇ ਇਹ ਕਹਿ ਰਹੇ ਹਾਂ ਕਿ ਉਹਦੀ ਨਵੀਂ ਸ਼ਕਲ ਸਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਕੀ ਹੋਏਗੀ। ਤੁਸੀਂ ਸਹੀ ਕਹਿ ਰਹੇ ਹੋ, ਬਿਲਕੁਲ ਐਗਜ਼ੈਕਟਲੀ। ਲੇਕਿਨ ਅਗਰ ਮਾਰਕਸ ਦੇ ਨੁਕਤਾ ਨਜ਼ਰ ਨਾਲ ਦੇਖਿਆ ਜਾਂਦਾ ਤੇ ਸਾਨੂੰ ਇਹੀ ਸੀਗਾ ਨਾ ਕਿ ਜੀ ਉਹਨੇ ਤੇ ਇੱਕ ਡਿਫਾਈਨ, ਹਾਂ ਅਗਰ ਮਾਰਕਸ ਦੇ ਨੁਕਤਾ ਨਜ਼ਰ ਨਾਲ ਦੇਖਿਆ ਜਾਵੇ ਤੇ ਉਹਨੂੰ ਦੋ ਤਰੀਕੇ ਦੇ ਨਾਲ ਤੁਸੀਂ ਮਾਡਰਨ ਜਿਹੜੀ ਤਬਦੀਲੀਆਂ ਨੇ ਉਹਨਾਂ ਨੂੰ ਵੇਖ ਸਕਦੇ ਹੋ। ਇੱਕ ਤਰੀਕਾ ਤੇ ਇਹ ਹੈਗਾ ਜਿਹੜਾ ਤੁਸੀਂ ਫਰਮਾਇਆ, ਉਹ ਇਹ ਹੈਗਾ ਕਿ ਜਿਹੜਾ ਮਾਰਕਸ ਦਾ ਮੈਥਡ ਸੀਗਾ ਤਬਦੀਲੀ ਦਾ, ਜਿਸ ਤਰੀਕੇ ਦੇ ਨਾਲ ਉਹਨੇ ਤਬਦੀਲੀ ਪ੍ਰਿਡਿਕਟ ਕੀਤੀ ਸੀ, ਉਹ ਇਹ ਸੀ ਕਿ ਜਿਹੜੀ ਪ੍ਰੋਲਤਾਰੀਆ ਕਲਾਸ ਹੈ, ਯਾਨੀ ਜਿਹੜੀ ਕਾਰਖਾਨਾਦਾਰੀ ਦੇ ਵਿੱਚ ਮਜ਼ਦੂਰ ਕਲਾਸ ਪੈਦਾ ਹੁੰਦੀ ਹੈ, ਉਹ ਮਜ਼ਦੂਰ ਕਲਾਸ ਜਿਹੜੀ ਹੈ, ਪ੍ਰੋਲਤਾਰੀਆ ਜਿਹੜੀ ਹੈ, ਉਹ ਇਨਕਲਾਬ ਲਿਆ ਕੇ ਤੇ ਉਹ ਜਿਹੜੇ ਸਾਰੇ ਪੈਦਾਵਾਰ ਦੇ ਜ਼ਰਾਏ ਨੇ ਉਹਨਾਂ ਨੂੰ ਆਪਣੇ ਹੱਥ ਵਿੱਚ ਲੈ ਲਏਗੀ ਔਰ ਨਵੇਂ ਤਰੀਕੇ ਨਾਲ ਵੰਡ ਕਰੇਗੀ। ਠੀਕ ਹੈ ਨਾ? ਇੱਕ ਤੇ ਇਹ ਹੈਗਾ। ਅੱਛਾ, ਲੇਕਿਨ ਇਹ ਹੈ ਕਿ ਹੁਣ ਤੁਸੀਂ ਇਹ ਸਹੀ ਕਹਿ ਰਹੇ ਹੋ ਕਿ ਹੁਣ ਜਿਹੜੀ ਪ੍ਰੋਲਤਾਰੀਆ ਕਲਾਸ ਹੋਈ ਆ, ਬੰਦੇ ਦੀ ਜਿਸਮਾਨੀ ਮਿਹਨਤ ਦੀ ਜਿਹੜੀ ਕਿ ਜਿਹਨੂੰ ਮਾਰਕਸ ਅਜ਼ਿਊਮ ਕਰ ਰਿਹਾ ਸੀ ਕਿ ਇਹਦੀ ਹਮੇਸ਼ਾ ਲੋੜ ਰਹੇਗੀ, ਉਹ ਲੋੜ ਹੀ ਮੁੱਕਦੀ ਜਾ ਰਹੀ ਹੈ। ਮਤਲਬ ਪ੍ਰੋਲਤਾਰੀਆ ਕਲਾਸ ਜਿਹੜੀ ਹੈ ਉਹਦੀ ਉਹ ਪੈਦਾ ਹੀ ਨਹੀਂ ਹੋਣੀ। ਉਹ ਸ਼ਕਲ ਡਿਫਰੈਂਟ ਹੈ, ਕੰਮ ਹੀ ਡਿਫਰੈਂਟ ਹੈ। ਨਹੀਂ ਮਤਲਬ ਪੈਦਾ ਨਹੀਂ ਹੋਣੀ। ਜਿੱਥੇ ਵੀ ਮਤਲਬ ਉਹ ਹਰ ਜਿਹੜੀ ਆਪਣਾ ਜਿੱਥੇ ਬੰਦੇ ਦੀ ਲੋੜ ਆ ਉੱਥੇ ਰੋਬੋਟ ਆ ਜਾਏਗਾ। ਬਿਲਕੁਲ ਠੀਕ।
ਸੋ ਰੋਬੋਟ ਤੇ ਪ੍ਰੋਲਤਾਰੀਆ ਨਹੀਂ ਨਾ ਹੁੰਦਾ, ਰੋਬੋਟ ਤੇ ਉਹ ਤਾਂ ਮਸ਼ੀਨ ਹੈ। ਤੇ ਇਸ ਵਾਸਤੇ ਇਹ ਤੇ ਸਾਨੂੰ ਲੱਗਦਾ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਾਰਕਸ ਦਾ ਜਿਹੜਾ ਸਿਸਟਮ ਸੀ ਉਹਦੇ ਵਿੱਚ ਤਬਦੀਲੀ ਦੀ ਜਿਹੜੀ ਮੈਕੈਨਿਜ਼ਮ ਸੀ, ਉਹ ਜੋ ਮਾਰਕਸ ਨੇ ਦੱਸੀ ਸੀ ਉਹ ਤੇ ਨਹੀਂ ਹੋਣ ਜਾ ਰਹੀ। ਠੀਕ, ਅੱਛਾ। ਲੇਕਿਨ ਤੁਸੀਂ ਮਾਰਕਸ ਦੀ ਜਿਹੜੀ ਉਹਦੀ ਫੰਡਾਮੈਂਟਲਸ ਨੇ ਉਹਨਾਂ ਨੂੰ ਇੱਕ ਦੂਜੇ ਤਰੀਕੇ ਨਾਲ ਵੀ ਇੰਟਰਪ੍ਰੈਟ ਕਰ ਸਕਦੇ ਹੋ। ਉਹ ਤਰੀਕਾ ਇਹ ਹੈਗਾ ਕਿ ਬੇਸਿਕਲੀ ਤੇ ਮਾਰਕਸ ਵਾਸ ਟ੍ਰਾਈਂਗ ਟੂ ਫਾਈਂਡ ਆਊਟ ਕਿ ਕੀ ਮਟੀਰੀਅਲ ਸਰਕਮਸਟੈਂਸਸ ਨੇ ਜਿਹੜੇ ਕਿ ਰੈਵੋਲੂਸ਼ਨ ਦੀ ਵਜ੍ਹਾ ਬਣਦੇ ਨੇ। ਉਹਦੇ ਵਿੱਚ ਉਹ ਬੇਸਿਕਲੀ ਤੇ ਜਿਹੜੀ ਸਾਰੀ ਉਹਦੀ ਇਨਵੈਸਟੀਗੇਸ਼ਨ ਸੀ ਉਹ ਇਹ ਸੀ ਕਿ ਮੀਨਸ ਆਫ ਪ੍ਰੋਡਕਸ਼ਨ ਔਰ ਮੈਥਡਸ ਆਫ ਪ੍ਰੋਡਕਸ਼ਨ ਦੀ ਤਬਦੀਲੀ ਦੇ ਨਾਲ ਤਬਦੀਲੀਆਂ ਹੁੰਦੀਆਂ ਨੇ। ਠੀਕ ਹੈ ਨਾ? ਬਿਲਕੁਲ। ਸੋ ਮਤਲਬ ਅਗਰ ਇਸ ਪਹਿਲੂ ਤੋਂ ਤੁਸੀਂ ਵੇਖੋ ਤੇ ਤੁਸੀਂ ਇਹ ਕਹਿ ਸਕਦੇ ਹੋ ਜਾਂ ਕਹਿ ਸਕਦੇ ਹਾਂ ਅਸੀਂ ਕਿ ਮਾਰਕਸ ਦੇ ਜ਼ਿਹਨ ਦੇ ਵਿੱਚ ਟੈਕਨੋਲੋਜੀ ਦਾ ਬੰਦੇ ਨੂੰ ਰਿਪਲੇਸ ਕਰਨ ਦਾ ਕਨਸੈਪਟ ਨਹੀਂ ਸੀ ਹੈਗਾ। ਲੇਕਿਨ ਉਹਨੂੰ ਇਹ ਪਤਾ ਸੀ ਕਿ ਅਗਰ ਟੈਕਨੋਲੋਜੀ ਤਬਦੀਲ ਹੋ ਜਾਏਗੀ, ਮੈਥਡਸ ਆਫ ਪ੍ਰੋਡਕਸ਼ਨ ਤਬਦੀਲ ਹੋ ਜਾਣਗੇ ਤੇ ਉਹਨਾਂ ਦੇ ਨਾਲ ਜਿਹੜੀ ਡਿਸਟ੍ਰੀਬਿਊਸ਼ਨ ਆਫ ਵੈਲਥ ਹੈ ਜਾਂ ਡਿਸਟ੍ਰੀਬਿਊਸ਼ਨ ਆਫ ਇਨਕਮ ਹੈ ਉਹ ਵੀ ਤਬਦੀਲ ਹੋ ਜਾਏਗੀ। ਇਹ ਉਹਨੂੰ ਪਤਾ ਸੀ। ਅੱਛਾ, ਮੈਂ ਜਿਵੇਂ ਉਹਨੂੰ ਰੀਡ ਕਰਨਾ ਹੈ ਜਾਂ ਰੀਡ ਕਰਨ ਦੀ ਕੋਸ਼ਿਸ਼ ਕਰਨਾ ਹਮੇਸ਼ਾ ਉਹ ਇਹ ਹੈ ਕਿ ਹੁਣ ਤੱਕ ਇਹ ਜਿਹੜੀ ਨਵੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਟੈਕਨੋਲੋਜੀ ਆਈ ਹੈ, ਇਸ ਤੋਂ ਪਹਿਲੇ ਐਸੇ ਮਾਦੀ ਹਾਲਾਤ ਨਹੀਂ ਸਨ ਕਿ ਜਿਸ ਤਰ੍ਹਾਂ ਦੇ ਨਿਜ਼ਾਮ ਦੀ ਉਹ ਗੱਲ ਕਰ ਰਿਹਾ ਮਾਰਕਸ ਔਰ ਐਂਗਲਸ, ਉਹ ਨਿਜ਼ਾਮ ਕਾਇਮ ਹੋ ਸਕੇ। ਰਾਈਟ। ਮਤਲਬ ਉਹ ਮੀਨਸ ਐਂਡ ਮੈਥਡਸ ਆਫ ਪ੍ਰੋਡਕਸ਼ਨ ਦੇ ਵਿੱਚ ਉਹ ਹਾਲਤ ਹੈ ਹੀ ਨਹੀਂ ਸੀ। ਹਾਲਤ ਇਹ ਸੀ ਕਿ ਤੁਸੀਂ ਜੋ ਵੀ ਮਰਜ਼ੀ ਕਰ ਲਓ, ਦੁਨੀਆ ਦਾ ਨਿਜ਼ਾਮ ਜਿਹੜਾ ਹੈ ਉਹ ਬੰਦੇ ਦੀ ਮਿਹਨਤ ਨੂੰ ਐਕਸਪਲੋਇਟ ਕਰਨ ਤੇ ਹੀ ਚੱਲਣਾ। ਠੀਕ ਹੈ? ਰਾਈਟ। ਹੁਣ ਪਹਿਲੀ ਵਾਰੀ ਇਹ ਮਾਦੀ ਹਾਲਾਤ ਪੈਦਾ ਹੋਏ ਨੇ ਕਿ ਤੁਸੀਂ ਬੰਦੇ ਦੀ ਮਿਹਨਤ ਨੂੰ ਐਕਸਪਲੋਇਟ ਕੀਤੇ ਬਗੈਰ ਹੀ ਤੁਸੀਂ ਵੈਲਥ ਕ੍ਰੀਏਟ ਕਰ ਸਕਦੇ ਹੋ। ਸਹੀ। ਠੀਕ। ਬਿਲਕੁਲ। ਹੁਣ ਮਸਲਾ ਹੈਗਾ ਕਿ ਇਹ ਜਿਹੜੀ ਬੰਦੇ ਦੀ ਮਿਹਨਤ ਦੀ ਐਕਸਪਲੋਇਟੇਸ਼ਨ ਤੋਂ ਬਗੈਰ ਜਿਹੜੀ ਵੈਲਥ ਕ੍ਰੀਏਟ ਤੁਸੀਂ ਕਰਨ ਦੀ ਕੈਪੈਸਿਟੀ ਹੈ, ਕੈਪੇਬਿਲਿਟੀ ਜਿਹੜੀ ਕਿ ਮਟੀਰੀਅਲਾਈਜ਼ ਹੋ ਜਾਣੀ ਹੈ ਅਗਲੇ 20-25 ਸਾਲਾਂ ਦੇ ਵਿੱਚ, ਇਹਦੀ ਹੁਣ ਡਿਸਟ੍ਰੀਬਿਊਸ਼ਨ ਦਾ ਸਿਸਟਮ ਕੀ ਆਏਗਾ? ਮਿਸਾਲ ਦੇ ਤੌਰ ਦੇ ਉੱਤੇ ਅਗਰ ਯੂਨੀਵਰਸਲ ਇਨਕਮ ਦਾ ਕਨਸੈਪਟ ਆ ਜਾਂਦਾ ਕਿ ਕੋਈ ਬੰਦਾ, ਕਿਉਂਕਿ ਬੰਦਿਆਂ ਕੋਲ ਨੌਕਰੀਆਂ ਨਹੀਂ ਹੈਗੀਆਂ ਤੇ ਹਰ ਬੰਦੇ ਨੂੰ ਜਿਵੇਂ ਸਿਹਤ ਤੇ ਐਜੂਕੇਸ਼ਨ ਦੀਆਂ ਸਹੂਲਤਾਂ ਮਿਲਦੀਆਂ ਨੇ, ਇਸੇ ਤਰ੍ਹਾਂ ਜਿਹੜੀ ਉਹਨੂੰ ਹੈ ਉਹ ਇੱਕ ਮਖਸੂਸ ਰਕਮ ਮਿਲ ਜਾਵੇ ਹਰ ਮਹੀਨੇ, $1000 ਜਾਂ $2000 ਜਾਂ $10,000, ਤੇ ਉਹ ਆਪਣਾ ਉਹਦੇ ਨਾਲ ਚੀਜ਼ਾਂ ਖਰੀਦਿਆ ਕਰੇਗਾ ਤੇ ਉਹਦੇ ਕੋਲ ਜਿਹੜਾ ਵਕਤ ਹੈਗਾ ਉਹ ਉਹਨੂੰ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਕੰਮ ਕਰਨਾ ਚਾਹੁੰਦਾ ਹੈ, ਕੋਈ ਮਿਊਜ਼ਿਕ ਵਜਾਉਣਾ ਚਾਹੁੰਦਾ ਹੈ ਜਾਂ ਕੋਈ ਕਿਤਾਬ ਲਿਖਣਾ ਚਾਹੁੰਦਾ ਹੈ ਜਾਂ ਕੁਛ ਵੀ ਕਰਨਾ ਚਾਹੁੰਦਾ ਉਹ ਕਰਦਾ ਰਹੇ। ਠੀਕ ਹੈ? ਇਹ ਜਿਹੜੀ ਆਖਰੀ ਸਟੇਜ ਸੀਗੀ ਮਾਰਕਸਮ ਦੇ ਤਹਿਤ ਕੈਮਰਿਜ਼ਮ ਦੀ ਜਾਂ ਸੋਸ਼ਲਿਜ਼ਮ ਦੀ, ਉਹ ਦੇ ਜਿਹੜੇ ਟੈਕਨੀਕਲ ਰਿਕੁਆਇਰਮੈਂਟਸ ਹਨ, ਮੈਥਡਸ ਆਫ ਪ੍ਰੋਡਕਸ਼ਨ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹਨ ਉਹ ਹੁਣ ਪੂਰੀਆਂ ਹੋ ਰਹੀਆਂ ਨੇ। ਸਹੀ। ਇਸ ਤੋਂ ਪਹਿਲੇ ਉਹ ਰਿਕੁਆਇਰਮੈਂਟਸ ਹੈ ਨਹੀਂ ਸਨ, ਪੂਰੀਆਂ ਨਹੀਂ ਸੀ ਹੋਈਆਂ। ਔਰ ਇਸ ਗੱਲ ਨੂੰ ਮੇਰੇ ਖਿਆਲ 'ਚ ਮਾਰਕਸ, ਐਂਗਲ ਔਰ ਇਹ ਜਿਹੜੇ ਸਾਰੇ ਨੇ
ਇਸ ਗੱਲ ਨੂੰ ਪ੍ਰੋਬਬਲੀ ਇਸ ਹੱਦ ਤੱਕ ਨਹੀਂ ਸਮਝ ਸਕੇ ਕਿ ਜਿਹੜੀ ਉਹਨਾਂ ਦਾ ਇਹ ਖਿਆਲ ਸੀ ਕਿ ਜਿਹੜਾ ਹਿਊਮਨ ਕੌਨਸ਼ੀਅਸਨੈਸ ਹੈ, ਬੰਦੇ ਦਾ ਜਿਹੜਾ ਸ਼ਊਰ ਹੈ, ਉਹ ਯਕਦਮ ਬਦਲ ਉਹਦੇ ਵਿੱਚ ਕੁਆਲਿਟੇਟਿਵ ਤਬਦੀਲੀ ਆਏਗੀ ਤੇ ਉਹ ਇਨਕਲਾਬ ਲੈ ਆਏਗਾ। ਉਹਨਾਂ ਨੇ ਜਿਹੜਾ ਦੇਖਿਆ ਸੀ ਉਹ ਦੇਖਿਆ ਸੀ ਫਰਾਂਸ ਦੇ ਵਿੱਚ ਜਿਹੜਾ और एक सवाल मैं कर ਲਾਂ ਉਹ ਨਾਲ ਕਿਆ ਉਹਨਾਂ ਨੇ ਸੁਰਤ ਹੈ ਜਾਂ ਅਕਲ ਹੈ ਜਾਂ ਦਿਮਾਗ ਦੀ ਜਿਹੜੀ ਕੈਪੈਸਿਟੀ ਹੈ ਉਹਨੂੰ ਸ਼ਾਇਦ ਕਾਂਸਟੈਂਟ ਸਮਝਿਆ ਹੋਇਆ ਸੀ? ਨਹੀਂ, ਕਾਂਸਟੈਂਟ ਨਹੀਂ ਸੀ ਸਮਝਿਆ। ਅੱਛਾ, ਉਹਨਾਂ ਦਾ ਬਲਕਿ ਉਲਟ ਸੀਗਾ। ਮਿਸਾਲ ਦੇ ਤੌਰ ਦੇ ਉੱਤੇ ਮਾਰਕਸ ਜਿਹੜਾ ਸੀ ਉਹਨੂੰ ਬਹੁਤ ਉਮੀਦ ਸੀਗੀ ਕਿ ਜਿਸ ਤਰ੍ਹਾਂ ਦਾ ਇਨਕਲਾਬ ਫਰਾਂਸ ਵਿੱਚ ਆਇਆ ਪਹਿਲੇ 1792 ਵਿੱਚ ਤੇ ਫਿਰ 1871 ਵਿੱਚ ਇੱਕ ਕਮਿਊਨ ਬਣ ਗਿਆ, ਇੱਕ ਕਮਿਊਨਿਸਟ ਸੁਸਾਇਟੀ ਕ੍ਰੀਏਟ ਹੋ ਗਈ, ਕਮਿਊਨ ਬਣ ਗਿਆ, ਠੀਕ ਹੈ ਨਾ। ਤੇ ਇਸ ਤੋਂ ਉਹਨੇ ਨਤੀਜਾ ਇਹ ਕੱਢਿਆ ਕਿ ਜਿਹੜਾ ਹਿਊਮਨ ਕੌਨਸ਼ੀਅਸਨੈਸ ਹੈ ਉਹ ਇੱਕ ਸਟੇਜ ਤੋਂ ਜੰਪ ਕਰਕੇ ਦੂਜੀ ਸਟੇਜ ਤੇ ਪਹੁੰਚ ਸਕਦਾ ਹੈ ਤੇ ਉਹਦੇ ਨਾਲ ਜਿਹੜੀ ਪੂਰਾ ਜਿਹੜੀ ਮੀਨਸ ਆਫ ਪ੍ਰੋਡਕਸ਼ਨ ਔਰ ਮੈਥਡਸ ਆਫ ਪ੍ਰੋਡਕਸ਼ਨ ਨੇ ਉਹਨਾਂ ਦੇ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਕਿ ਮਤਲਬ ਜਿਹੜਾ ਫਰਾਂਸ ਦਾ ਇਨਕਲਾਬ ਹੈ ਉਹ ਕਿਸੇ ਵੇਲੇ ਵੀ ਕਿਤੇ ਵੀ ਆ ਸਕਦਾ ਹੈ ਜੇ ਉੱਥੇ ਹਾਲਾਤ, ਜੇ ਉੱਥੇ ਕੌਨਸ਼ੀਅਸਨੈਸ ਵਧਾਤਾ ਜਾਏ ਤੇ, ਜਾਂ ਫਿਰ ਕੌਨਸ਼ੀਅਸਨੈਸ ਉੱਥੇ ਵੱਧਦਾ ਜਾਏ। ਜਦੋਂ ਮਾਰਕਸ ਦੀ ਕਿਤਾਬ ਕੈਪੀਟਲ ਛਪੀ ਤੇ ਉਹਦੀ ਯੂਰਪ ਦੇ ਵਿੱਚ ਜਿਹੜੀ ਰਿਸੈਪਸ਼ਨ ਸੀ ਉਹ ਬਹੁਤ ਪੂਅਰ ਸੀ। ਉਹ ਸਭ ਤੋਂ ਜ਼ਿਆਦਾ ਰੂਸ ਵਿੱਚ ਵਿਕੀ, ਜਿਹੜਾ ਰਸ਼ੀਅਨ ਦੇ ਵਿੱਚ ਟ੍ਰਾਂਸਲੇਸ਼ਨ ਹੋਇਆ ਤੇ ਉਹ ਰਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਿਕੀ। ਤੇ ਉਹਦੇ ਤੋਂ ਮਾਰਕਸ ਨੇ ਇਹ ਇੰਪ੍ਰੈਸ਼ਨ ਲਿਆ ਕਿ ਜਿਹੜਾ ਰਸ਼ੀਅਨ ਜਿਹੜਾ ਸੋਸ਼ਲ ਕੌਨਸ਼ੀਅਸਨੈਸ ਹੈ ਉਹ ਜ਼ਿਆਦਾ ਡਿਵੈਲਪਡ ਹੈ ਔਰ ਇਸ ਲਈ ਉੱਥੇ ਮੁੱਢਲੀਆਂ ਤਬਦੀਲੀਆਂ ਦੇ ਪੋਸੀਬਿਲਿਟੀ ਜ਼ਿਆਦਾ ਨੇ, ਠੀਕ। ਸੋ ਮਤਲਬ ਇਹ ਹੈ ਕਿ ਤੁਸੀਂ ਇਹ ਸਮਝ ਲਓ ਕਿ ਮਾਰਕਸ ਵੀ ਖੁਦ ਜਿਹੜੀ ਇਨਸਾਨੀ ਹਿਊਮਨ ਕੌਨਸ਼ੀਅਸਨੈਸ ਹੈ ਉਹਦੀ ਡਿਵੈਲਪਮੈਂਟ ਨੂੰ ਬੇਸ ਬਣਾ ਰਿਹਾ ਸੀ ਮਟੀਰੀਅਲ ਤਬਦੀਲੀਆਂ ਦੇ ਨਾਲ, ਠੀਕ। ਅੱਛਾ, ਲੇਕਿਨ ਮੇਰੀ ਸੋਚ ਹੈ ਉਹ ਇਹ ਹੈ ਕਿ ਮਾਰਕਸ ਇਹਦੇ ਵਿੱਚ ਖੁਦ ਆਪਣੇ ਹੀ ਮੁੱਢਲੇ ਬਣਾਏ ਹੋਏ ਅਸੂਲ ਨੂੰ ਜਿਹੜਾ ਹੈ ਉਹ ਇੱਕ ਤਰੀਕੇ ਨਾਲ ਵਾਇਲੇਟ ਕਰ ਰਿਹਾ ਸੀ ਕਿ ਜਿਹੜੀਆਂ ਮਟੀਰੀਅਲ ਤਬਦੀਲੀਆਂ ਨੇ ਉਹਨਾਂ ਨੇ ਹੀ ਨਿਜ਼ਾਮ ਨੂੰ ਤਬਦੀਲ ਕਰਨਾ ਹੈ। ਸਿਰਫ ਜਿਹੜਾ ਹਿਊਮਨ ਕੌਨਸ਼ੀਅਸਨੈਸ ਦੇ ਵਿੱਚ ਵਾਧਾ ਘਾਟਾ ਹੈ ਉਹਦੇ ਨਾਲ ਪੂਰਾ ਨਿਜ਼ਾਮ ਤਬਦੀਲ ਨਹੀਂ ਹੋਣਾ, ਕਿਉਂਕਿ ਜਿਹੜੀ ਜਿੰਨੀਆਂ ਵੀ ਤਹਿਰੀਕਾਂ ਉੱਠੀਆਂ ਮਜ਼ਦੂਰਾਂ ਦੀਆਂ ਉਹਨਾਂ ਦਾ ਕੀ ਬਣਿਆ, ਉਹਨਾਂ ਦੇ ਨਤੀਜੇ ਦੇ ਤੌਰ ਤੇ ਇਹ ਹੋਇਆ ਉਹਦੇ ਫਾਇਦੇ ਹੋਏ ਸੁਸਾਇਟੀ ਦੇ ਵਿੱਚ। ਮਸਲਨ ਪਹਿਲੇ ਜਿਹੜਾ ਵਰਕਿੰਗ ਡੇ ਸੀ ਉਹਦੀ ਕੋਈ ਲਿਮਿਟ ਹੀ ਨਹੀਂ ਸੀ ਹੈਗੀ। ਫਿਰ ਉਹ ਵਰਕਿੰਗ ਡੇ ਜਾਂ ਉਹ 10 ਆਵਰਸ ਦਾ ਵਰਕਿੰਗ ਡੇ ਜਿਹੜਾ ਉਹ ਲੀਗਲੀ ਮੁਕਰਰ ਹੋ ਗਿਆ। ਫਿਰ ਉਸ ਤੋਂ ਬਾਅਦ 8 ਆਵਰਸ ਦਾ ਲੀਗਲ ਮੁਕਰਰ ਹੋ ਗਿਆ। ਇਸੇ ਤਰੀਕੇ ਦੇ ਨਾਲ ਚਾਈਲਡ ਲੇਬਰ ਮਨਾ ਹੋ ਗਈ, ਬਹੁਤ ਸਾਰੀਆਂ ਤਬਦੀਲੀਆਂ। ਫਿਰ ਉਸ ਤੋਂ ਬਾਅਦ ਹਰ ਇੱਕ ਬੰਦੇ ਨੂੰ ਹੈਲਥ ਦੀਆਂ ਫੈਸਿਲਿਟੀਜ਼ ਦੇਣ ਦਾ ਨਿਜ਼ਾਮ ਕਾਇਮ ਹੋ ਗਿਆ, ਐਜੂਕੇਸ਼ਨ ਦੇਣ ਦਾ ਨਿਜ਼ਾਮ ਕਾਇਮ ਹੋ ਗਿਆ। ਸੋ ਇਹ ਜਿਹੜੀਆਂ ਨੇ ਇਹ ਕੈਪੀਟਲਿਜ਼ਮ ਦੇ ਅੰਦਰ ਹੀ ਇਨਕਰੀਮੈਂਟਲ ਤਬਦੀਲੀਆਂ ਹੁੰਦੀਆਂ ਗਈਆਂ ਮਜ਼ਦੂਰਾਂ ਦੀ ਤਹਿਰੀਕ ਦੇ ਨਤੀਜੇ ਦੇ ਤੌਰ ਤੇ। ਲੇਕਿਨ ਉਹਦੇ ਨਾਲ ਸੁਸਾਇਟੀ ਦਾ ਜਿਹੜਾ ਫੰਡਾਮੈਂਟਲ ਜਿਹੜਾ ਕਰੈਕਟਰ ਹੈ ਉਹ ਕੋਈ ਕਲਾਸਲੈਸ ਸੁਸਾਇਟੀ ਵੱਲ ਨਹੀਂ ਗਿਆ। ਕਲਾਸ ਸੁਸਾਇਟੀ ਦੇ ਅੰਦਰ ਹੀ ਜਿਹੜੀ ਇਨਕਰੀਮੈਂਟਲ ਤਬਦੀਲੀਆਂ ਹੁੰਦੀਆਂ ਗਈਆਂ, ਠੀਕ ਹੈ ਨਾ ਜੀ। ਯਾਨੀ ਕੁਆਂਟੀਟੇਟਿਵ ਤਬਦੀਲੀਆਂ ਹੁੰਦੀਆਂ।
ਹੁਣ ਮੇਰੀ ਸੋਚ ਇਹ ਹੈਗੀ ਹੈ ਕਿ ਹੁਣ ਪਹਿਲੀ ਵਾਰੀ ਇਹ ਹੋਇਆ ਕਿ ਫੰਡਾਮੈਂਟਲ ਜਿਹੜੇ ਮਟੀਰੀਅਲ ਸਰਕਮਸਟੈਂਸਸ ਨੇ ਪੈਦਾਵਾਰ ਦੇ ਉਹ ਤਬਦੀਲ ਹੋਏ ਨੇ ਔਰ ਉਹ ਫੰਡਾਮੈਂਟਲ ਤਬਦੀਲੀ ਇਹ ਹੈਗੀ ਹੈ ਕਿ ਹੁਣ ਬੰਦੇ ਦੀ ਜਿਸਮਾਨੀ ਮਿਹਨਤ ਦੀ ਲੋੜ ਨਹੀਂ ਹੈਗੀ। ਜਿਹੜੀ ਤਾਰੀਖ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਸੀ, ਭਾਵੇਂ ਉਹਦੀ ਸ਼ਕਲ ਸਲੇਵਰੀ ਹੋਵੇ, ਉਹਦੀ ਸ਼ਕਲ ਫਿਊਡਲਿਜ਼ਮ ਹੋਵੇ, ਉਹਦੀ ਸ਼ਕਲ ਜਿਹੜੀ ਹੈ ਉਹ ਮਾਡਰਨ ਕਾਰਖਾਨੇਦਾਰੀ ਹੋਵੇ, ਉਹਨਾਂ ਸਾਰਿਆਂ ਵਿੱਚ ਬੁਨਿਆਦੀ ਤੌਰ ਦੇ ਉੱਤੇ ਬੰਦੇ ਦੀ ਜਿਸਮ ਨੂੰ ਵਰਤ ਕੇ ਉਹਦੇ ਤੋਂ ਸਰਪਲਸ ਪੈਦਾ ਕਰਕੇ ਐਕਸਪਲੋਇਟੇਸ਼ਨ ਜਿਹੜੀ ਹੈ ਉਹ ਉਹਦੀ ਬੁਨਿਆਦ ਸੀਗੀ ਔਰ ਇਸੇ ਬੁਨਿਆਦ ਤੇ ਇਨਸਾਨੀ ਸੁਸਾਇਟੀ ਜਿਹੜੀ ਹੈ ਉਹ ਤਰੱਕੀ ਕਰ ਰਹੀ ਸੀ ਅੱਗੇ। ਠੀਕ ਸੌਰੀ ਇਹਦੇ ਚ ਸਰ ਇੱਕ ਦੋ ਪੁਆਇੰਟ ਸੀਗੇ ਇਹਨੇ ਥੋੜੇ ਕਲੈਰੀਫਾਈ ਕਰਨਾ ਚਾਹੁੰਦਾ। ਇਹ ਮਤਲਬ ਇੱਕ ਜਿੱਦਾਂ ਬਿਗੇਸਟ ਕੰਟਰਡਿਕਸ਼ਨ ਕੈਪੀਟਲਿਜ਼ਮ ਦੀ ਉਹ ਅਨਇੰਪਲੋਇਮੈਂਟ ਹੈ। ਹੁਣ ਟੈਕਨੋਲੋਜੀ ਦੀ ਐਡਵਾਂਸਮੈਂਟ ਹੋਣ ਨਾਲ ਜਿਵੇਂ ਰੋਬੋਟਿਕਸ ਨੇ ਜਗ੍ਹਾ ਲੈ ਲਈ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਲੈ ਲਈ, ਉਹ ਜਿਹੜੀ ਅਨਇੰਪਲੋਇਮੈਂਟ ਕ੍ਰੀਏਟ ਹੋਏਗੀ, ਮਤਲਬ ਉਹ ਵੀ ਤਾਂ ਇੱਕ ਸਿਸਟਮ ਦੀ ਯਾਨੀ ਇੱਕ ਆਪਾਂ ਕਹਿ ਸਕਦੇ ਕਿ ਇੱਕ ਬਾਈ ਪ੍ਰੋਡਕਟ ਹੈ ਸਿਸਟਮ ਦਾ, ਔਰ ਉਹਦਾ ਸੋਲੂਸ਼ਨ ਤਾਂ ਮੈਨੇ ਟੈਕਨੋਲੋਜੀ ਨੇ ਨਹੀਂ ਕਰਨਾ, ਰਾਈਟ। ਔਰ ਮਸ਼ੀਨਰੀ ਇਟਸੈਲਫ ਇਹ ਤਾਂ ਮਤਲਬ ਮਾਰਕਸ ਦੀ ਥੀਸਿਸ ਵੀ ਇਹੀ ਸੀ ਲੇਬਰ ਥਿਊਰੀ ਵਿੱਚ ਵੀ ਕਿ ਮਸ਼ੀਨਰੀ ਇਟਸੈਲਫ ਕੋਈ ਵੈਲਿਊ ਕ੍ਰੀਏਟ ਨਹੀਂ ਕਰਦੀ, ਇਹ ਵੈਲਿਊ ਨੂੰ ਸਰਪਲਸ ਕ੍ਰੀਏਟ ਕਰਦੀ ਹੈ, ਰਾਈਟ। ਤੇ ਉਹੀ ਜਿਹੜੀ ਸਰਪਲਸ ਹੈ ਅੱਗੇ ਜਾ ਕੇ ਐਕੂਮੂਲੇਟ ਹੋ ਜਾਂਦੀ ਕੈਪੀਟਲ ਦੀ ਫਾਰਮ 'ਚ। ਹੁਣ ਉਹ ਉਦੋਂ ਉਹਨੇ ਯਾਨੀ ਜਿਹੜਾ ਇੱਕ ਐਗਜ਼ਾਮਪਲ ਵੀ ਲਈ ਆ, ਉਹ ਜਿਹੜਾ ਹੱਥ ਨਾਲ ਬਣਾਉਂਦਾ ਕੋਟ ਦੀ ਔਰ ਉੱਨ ਦੇ ਟੁਕੜੇ ਦੀ ਵਾਟ ਐਵਰ, ਫਰਦਰ ਜਾ ਕੇ ਜਿਹੜੀ ਮਸ਼ੀਨਰੀ ਉਹਦੀ ਜਗ੍ਹਾ ਲੈ ਲੈਂਦੀ ਹੈ ਔਰ ਉਹ ਜ਼ਿਆਦਾ ਸਰਪਲਸ ਕ੍ਰੀਏਟ ਕਰਦੀ ਹੈ ਔਰ ਉਹ ਜ਼ਿਆਦਾ ਐਕੂਮੂਲੇਟ ਹੋ ਜਾਂਦੀ ਹੈ। ਉਹੀ ਚੀਜ਼ ਅਸੀਂ ਇੱਥੇ ਵੀ ਅਪਲਾਈ ਕਰ ਸਕਦੇ ਹਾਂ ਕਿ ਹੁਣ ਮਸ਼ੀਨਰੀ ਹੋਰ ਜ਼ਿਆਦਾ ਐਡਵਾਂਸ ਹੋ ਗਈ, ਉਹ ਓਨੀ ਹੀ ਵੱਧ ਕੈਪੀਟਲ ਜਨਰੇਟ ਕਰੇਗੀ, ਪਰ ਅਲਟੀਮੇਟਲੀ ਜਿਹੜਾ ਸੋਸ਼ਲੀ ਨੈਸੈਸਰੀ ਟਾਈਮ ਹੈ ਕਿਸੇ ਚੀਜ਼ ਨੂੰ ਪ੍ਰੋਡਿਊਸ ਕਰਨ ਦਾ, ਉਹ ਘਟ ਗਿਆ। ਦੇਖੋ ਇਹ ਜਿਹੜਾ ਨਾ ਇਹ ਤੁਹਾਡਾ ਵਿਊ ਜਿਹੜਾ ਹੈ ਨਾ, ਇਹ ਟ੍ਰੈਡੀਸ਼ਨਲ ਵਿਊ ਮਾਰਕਸਿਜ਼ਮ ਦਾ ਜਿਹੜਾ ਉਹ ਹੈਗਾ, ਮੈਂ ਉਹਨੂੰ ਸਮਝਣਾ ਤੁਹਾਡੀ ਗੱਲ ਨੂੰ। ਮੈਂ ਉਹੀ ਕਲੈਰੀਫਾਈ ਕਰਨਾ ਚਾਹਨਾ ਜੀ। ਮੈਂ ਇਹ ਕਹਿ ਰਿਹਾ ਕਿ ਇਹ ਜਿਹੜਾ ਮਾਡਲ ਹੈ ਤੁਹਾਡਾ, ਇਹ ਮਾਡਲ ਹੀ ਜਿਹੜਾ ਹੈ ਉਹ ਬੁਨਿਆਦੀ ਤੌਰ ਦੇ ਉੱਤੇ ਮਾਡਰਨ ਟੈਕਨੋਲੋਜੀ ਨੇ ਚੈਲੰਜ ਕਰ ਦਿੱਤਾ ਹੈ ਕਿ ਜਿਹੜੀ ਸਰਪਲਸ ਹੈ, ਸਰਪਲਸ ਉਹ ਤੁਹਾਡੀ ਗੱਲ ਸਹੀ ਹੈ ਕਿ ਬਈ ਜਿਹੜੀ ਬੰਦੇ ਦੀ ਜਗ੍ਹਾ ਤੇ ਮਸ਼ੀਨ ਆ ਜਾਂਦੀ ਹੈ, ਸਰਪਲਸ ਕ੍ਰੀਏਟ ਹੋਣ ਦੀ ਜਿਹੜੀ ਪੋਟੈਂਸ਼ੀਅਲ ਹੈ ਉਹ ਵੱਧ ਜਾਂਦਾ ਹੈ ਔਰ ਉਸ ਸਰਪਲਸ ਦੇ ਨਾਲ ਮਜ਼ੀਦ ਸਰਪਲਸ ਕ੍ਰੀਏਟ ਹੋ ਜਾਂਦਾ ਹੈ ਵਗੈਰਾ ਵਗੈਰਾ ਜਿੰਨਾ ਵੀ ਸਾਰਾ ਹੈਗਾ। ਮੈਂ ਇਹ ਕਹਿ ਰਿਹਾ ਕਿ ਅਗਰ ਇੰਜ ਹੋਇਆ ਵੀ ਹੈ ਤੇ ਕੁਆਲਿਟੇਟਿਵ ਤਬਦੀਲੀ ਇਹ ਆ ਗਈ ਹੈ ਕਿ ਹੁਣ ਹਿਊਮਨ ਲੇਬਰ ਦੀ ਇਨਵੋਲਵਮੈਂਟ ਜ਼ੀਰੋ ਵੀ ਹੋਵੇ ਤੇ ਤੁਸੀਂ ਸਰਪਲਸ ਕ੍ਰੀਏਟ ਕਰ ਸਕਦੇ ਹੋ। ਇਹ ਇੱਕ ਨਵਾਂ ਸਿਨਾਰੀਓ ਹੈ, ਇੱਕ ਨਵਾਂ ਸਿਆਪਾ ਹੈ। ਇਹ ਨਵਾਂ ਸਿਆਪਾ ਹੈ, ਇਹਨੂੰ ਤੁਸੀਂ ਪੁਰਾਣੇ ਸਿਆਪੇ ਰਾਹੀਂ ਹੱਲ ਹੀ ਨਹੀਂ ਕਰ ਸਕਦੇ, ਸਮਝ ਵੀ ਨਹੀਂ ਸਕਦੇ। ਪਰ ਇਹ ਪੁਰਾਣੇ ਸਿਆਪੇ ਨੂੰ ਹੋਰ ਜ਼ਿਆਦਾ ਪ੍ਰੋਡ ਨਹੀਂ ਕਰਦਾ ਕਿ ਸਰਪਲਸ ਕ੍ਰੀਏਟ ਹੋ ਰਹੀ ਹੈ ਰਿਗਾਰਡਲੈਸ ਉਹ ਯਾਨੀ ਲੇਬਰ ਥਿਊਰੀ ਦੇ ਥਰੂ ਹੋ ਰਹੀ ਹੈ ਜਾਂ ਮਸ਼ੀਨ ਦੀ ਵੈਲਿਊ ਦੇ ਨਾਲ ਥਰੂ ਹੋ ਰਹੀ ਹੈ। ਨਹੀਂ, ਸਰਪਲਸ ਆਪਣੇ ਤੋਂ ਮਸਲਾ ਸਰਪਲਸ ਦਾ ਜਿਹੜਾ ਹੈਗਾ ਹੈ। ਸਰ ਮੈਂ ਇੱਕ ਕਮੈਂਟ ਕਰਦੇ ਹਾਂ ਕਿ ਬੇਸਿਕਲੀ ਮਾਰਕਸਿਜ਼ਮ ਜਾਂ ਦੂਸਰਿਆਂ ਸਾਰਿਆਂ ਦਾ ਤਸੱਵਰ ਇਹ ਹੈ ਕਿ ਵਸਾਇਲ ਦੀ ਠੀਕ ਤਕਸੀਮ ਹੋ ਜਾਏ, ਠੀਕ ਹੈ ਨਾ ਜੀ। ਹਾਂਜੀ ਹਾਂਜੀ, ਯਾਨੀ ਇਹ ਜਿਹੜੀ ਜਿੰਨਾ ਵੀ ਹੋ ਰਿਹਾ ਹੈ ਟੈਕਨੋਲੋਜੀ ਹੁਣ ਉਸ ਹੱਦ ਤੱਕ ਵੱਧ ਗਈ ਹੈ ਕਿ ਉਹਦੀ ਤਕਸੀਮ ਹੋ ਸਕਦੀ ਹੈ ਪੋਸੀਬਲ। ਹਾਂ ਨਹੀਂ, ਮੈਂ ਇਹਨਾਂ ਨੂੰ ਮਨਦੀਪ ਬਣਾ ਦੇ, ਤੁਸੀਂ ਜਿਹੜਾ ਕਹਿ ਰਹੇ ਹੋ ਨਾ ਜਿਹੜੀ ਸਰਪਲਸ ਦਾ ਕ੍ਰੀਏਟ ਹੋਣਾ ਕੋਈ ਇਸ਼ੂ ਨਹੀਂ ਹੈਗਾ। ਸਰਪਲਸ ਦਾ ਕ੍ਰੀਏਟ ਹੋਣਾ ਇਸ਼ੂ ਨਹੀਂ ਹੈਗਾ, ਸਰਪਲਸ ਦਾ ਡਿਸਟ੍ਰੀਬਿਊਟ ਹੋਣਾ ਇਸ਼ੂ ਹੈਗਾ। ਡਿਸਟ੍ਰੀਬਿਊਸ਼ਨ ਇਸ਼ੂ ਹੈ, ਹਾਂਜੀ। ਕਿਉਂਕਿ ਜਿਹੜੀ ਵੀ ਟੈਕਨੋਲੋਜੀ ਹੋਏਗੀ ਉਹਦੇ ਵਿੱਚ ਜਿਹੜਾ ਡਿਸਟ੍ਰੀਬਿਊਸ਼ਨ ਦਾ ਜਿਹੜਾ ਸਿਸਟਮ ਹੈ ਸਰਪਲਸ ਕ੍ਰੀਏਟ ਹੋਣ ਦੇ ਨਾਲ ਨਾਲ ਉਹਦਾ ਪਾਰਟ ਹੈਗਾ। ਸੋ ਸਿਰਫ ਇਹ ਕਿ ਸਰਪਲਸ ਕ੍ਰੀਏਟ ਹੋ ਜਾਏਗਾ, ਇਹ ਆਪਣੇ ਤੌਰ ਤੇ ਕੋਈ ਮਸਲਾ ਨਹੀਂ ਹੈਗਾ। ਮਸਲਾ ਹੈਗਾ ਕਿ ਉਹਨੇ ਡਿਸਟ੍ਰੀਬਿਊਟ ਕਿਵੇਂ ਹੋਣਾ ਹੈ। ਜੀ।
ਜੇ ਫਰਜ਼ ਕਰੋ ਰੂਸ ਦੇ ਵਿੱਚ ਕੀ ਹੋਇਆ, ਰੂਸ ਦੇ ਵਿੱਚ ਇਹ ਹੋਇਆ ਕਿ ਜਿਹੜਾ ਸਰਪਲਸ ਕ੍ਰੀਏਟ ਹੋਇਆ 1917 ਦੇ ਰੈਵੋਲੂਸ਼ਨ ਤੋਂ ਬਾਅਦ, ਉਹ ਡਿਸਟ੍ਰੀਬਿਊਟ ਹੁੰਦਾ ਗਿਆ ਲੋਕਾਂ 'ਚ। ਲਿਹਾਜ਼ਾ ਜਿਹੜੀ ਕੈਪੀਟਲ ਦੀ ਕੰਸਨਟ੍ਰੇਸ਼ਨ ਹੈ ਉਹ ਨਹੀਂ ਹੋਈ, ਠੀਕ। ਔਰ ਉਹਦੇ ਨਤੀਜੇ ਦੇ ਤੌਰ ਦੇ ਉੱਤੇ ਰੂਸ ਜਿਹੜਾ ਉਹ ਇਕਨੋਮਿਕਲੀ ਪਿੱਛੇ ਰਹਿ ਗਿਆ, ਔਰ ਆਖਰ ਉਹ ਆਪਣੇ ਹੀ ਭਾਰ ਥੱਲੇ ਜਿਹੜਾ ਉਹ ਢਹਿ ਗਿਆ। ਕਹਿਣ ਦਾ ਮਤਲਬ ਮੇਰਾ ਇਹ ਹੈਗਾ ਕਿ ਅਗਰ ਉਹਨਾਂ ਮਟੀਰੀਅਲ ਸਰਕਮਸਟੈਂਸਿਸ ਦੇ ਵਿੱਚ ਜਿਨ੍ਹਾਂ ਵਿੱਚ ਰੂਸ ਰਸ਼ੀਆ ਜਿਹੜਾ 1970 ਚ ਸੀ, ਉਹਦੇ ਤਹਿਤ ਅਗਰ ਤੁਸੀਂ ਸਰਪਲਸ ਨੂੰ ਇਕੁਇਟੇਬਲ ਤਰੀਕੇ ਦੇ ਨਾਲ ਡਿਸਟ੍ਰੀਬਿਊਟ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਸੀਂ ਉਹ ਨਤੀਜਾ ਨਿਕਲੇਗਾ ਜਿਹੜਾ ਰੂਸ 'ਚ ਨਿਕਲਿਆ। ਇਹਦਾ ਮਤਲਬ ਫਿਰ ਇਹਦਾ ਮਤਲਬ ਇੱਕ ਤਰੀਕੇ ਨਾਲ ਇਹ ਹੋ ਗਿਆ ਕਿ ਕਿਸੇ ਸੋਸਾਇਟੀ ਦੀ ਐਡਵਾਂਸਮੈਂਟ ਲਈ ਜਾਂ ਅਪਲਿਫਟਿੰਗ ਲਈ ਇੱਕ ਕਨਸੈਂਟਰੇਸ਼ਨ ਜਿਹੜੀ ਕੈਪੀਟਲ ਦੀ ਉਹ ਜ਼ਰੂਰੀ ਹੋ ਜਾਂਦੀ ਹੈ। ਉਹ ਜ਼ਰੂਰੀ ਸੀ ਨਾ, ਉਹ ਤੋਂ ਬਗੈਰ ਤਾਂ ਹੋ ਨਹੀਂ ਸਕਦਾ ਨਾ। ਦੇਖੋ ਨਾ, ਜਿਹੜੀ ਸ਼ੁਰੂ ਦੀ ਜਿਹੜੀ ਕੈਪੀਟਲਿਜ਼ਮ ਹੈ, ਕੈਪੀਟਲਿਜ਼ਮ ਦੇ ਵਿੱਚ ਜਿਹੜਾ ਸ਼ੁਰੂ ਦਾ ਜਿਹੜਾ ਕੈਪੀਟਲ ਅਕੂਮੂਲੇਸ਼ਨ ਹੋਈ ਹੈ, ਉਹ ਤੇ ਟ੍ਰੇਡਰਸ ਨੇ ਆਪਣੇ ਮੁਨਾਫੇ ਜਮ੍ਹਾਂ ਕਰਕੇ ਤੇ ਜਿਹੜੇ ਮਨੀ ਲੈਂਡਰ ਸਨ ਉਹਨਾਂ ਨੇ ਜਿਹੜੇ ਮੁਨਾਫੇ ਕਮਾਏ, ਉਹਨਾਂ ਤੋਂ ਕੈਪੀਟਲ ਦੀ ਅਕੂਮੂਲੇਸ਼ਨ ਹੋਈ ਨਾ, ਜਿਹੜੀ ਸ਼ੁਰੂ ਦੇ ਵਿੱਚ ਬਹੁਤ ਹੋਈ। ਸੋ ਮਤਲਬ ਇੱਕ ਸਟੇਜ ਦੇ ਉੱਤੇ ਜਿਹੜੀ ਕੈਪੀਟਲ ਦੀ ਅਕੂਮੂਲੇਸ਼ਨ ਹੈ ਜਾਂ ਸਰਪਲਸ ਪੈਦਾ ਹੋਣਾ, ਇਹ ਜ਼ਾਲਮਾਨਾ ਗੱਲ ਹੈ ਕਿ ਲੇਕਿਨ ਉਹ ਜਿਹੜੀ ਸਰਪਲਸ ਪੈਦਾ ਹੋਣ ਤੋਂ ਬਗੈਰ, ਉਹਦੀ ਕੰਸਨਟ੍ਰੇਸ਼ਨ ਤੋਂ ਬਗੈਰ ਸੋਸਾਇਟੀ ਤਰੱਕੀ ਨਹੀਂ ਕਰ ਸਕਦੀ। ਇਹ ਬਹੁਤ ਯਾਨੀ ਕਰੂਅਲ ਮੈਕੈਨਿਜ਼ਮ ਹੈ, ਲੇਕਿਨ ਬਟ ਦੈਟ ਇਜ਼ ਦ ਵੇ ਇਟ ਇਜ਼। ਸੋ ਮੈਂ ਇਹ ਕਹਿ ਰਿਹਾ ਕਿ ਉਸ ਵੇਲੇ 20th ਸੈਂਚੁਰੀ ਦੇ ਸ਼ੁਰੂ 'ਚ ਜਾਂ ਮਿਡਲ ਦੇ ਵਿੱਚ ਜਿਹੜੀ ਪ੍ਰੋਡਕਟਿਵ ਮੈਥਡ ਸਨ, ਮੀਨ ਸਨ, ਉਹ ਇੰਨੇ ਡਿਵੈਲਪ ਨਹੀਂ ਸਨ ਕਿ ਸਰਪਲਸ ਨੂੰ ਤੁਸੀਂ ਇਕੁਇਟੇਬਲੀ ਡਿਸਟ੍ਰੀਬਿਊਟ ਕਰ ਸਕੋ। ਅਗਰ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹ ਹੋਏਗਾ ਜੋ ਚੀਨ ਜਾਂ ਰੂਸ ਦੇ ਵਿੱਚ ਹੋਇਆ। ਤੇ ਮੈਂ ਇਹ ਕਹਿ ਰਿਹਾ ਕਿ ਹੁਣ ਉਹ ਹਾਲਾਤ ਜਿਹੜੀ ਪ੍ਰੋਡਕਸ਼ਨ ਦੇ ਉਹ ਹਾਲਾਤ ਜਿਹੜੇ ਨੇ ਉਹ ਪੈਦਾ ਹੋ ਗਏ ਨੇ ਜਾਂ ਹੋ ਰਹੇ ਨੇ ਕਿ ਜਿਹਦੇ ਵਿੱਚ ਜਿਹਨੂੰ ਅਸੀਂ ਸਰਪਲਸ ਕਹਿੰਦੇ ਹਾਂ, ਉਹਨੂੰ ਤੁਸੀਂ ਇਕੁਇਟੇਬਲੀ ਡਿਸਟ੍ਰੀਬਿਊਟ ਕਰ ਸਕਦੇ ਹੋ, ਔਰ ਇਸ ਦੇ ਬਾਵਜੂਦ ਜਿਹੜੀ ਹਿਊਮਨ ਸੋਸਾਇਟੀ ਹੈ ਉਹ ਤਰੱਕੀ ਵੀ ਕਰ ਸਕਦੀ ਹੈ। ਇੱਕ ਮੇਰਾ ਖਿਆਲ ਇਹਦੇ ਵਿੱਚ ਮੈਂ ਇੱਕ ਹੋਰ ਨੁਕਤਾ ਅਗਰ ਮੈਂ ਆਪਣੇ ਵੱਲੋਂ ਐਡ ਕਰਦੇ ਹਾਂ, ਉਹ ਇਹ ਹੈ ਕਿ ਆਈਸੋਲੇਸ਼ਨ 'ਚ ਇਸ ਕਰਕੇ ਨਹੀਂ ਹੋ ਸਕਦਾ ਕਿ ਤੁਸੀਂ ਜਦੋਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਰਹਿ ਰਹੇ ਹੋ, 150 ਮੁਲਕ ਜਿਹੜੇ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਰਹਿ ਰਹੇ ਔਰ ਤਰੱਕੀ ਕਰ ਰਹੇ ਨੇ, ਤੇ ਤੁਸੀਂ ਕੈਪੀਟਲ ਨਾ ਜਮ੍ਹਾਂ ਕਰਕੇ, ਨਾ ਇਨਵੈਸਟ ਕਰਕੇ, ਇਹਦਾ ਮਤਲਬ ਹੈ ਕਿ ਤੁਸੀਂ ਪਿੱਛੇ ਰਹਿਣਾ ਹੈ। ਇਹੀ ਹੋਇਆ। ਆਹੋ, ਇਹਨੂੰ ਤੁਸੀਂ ਐਕਸਟ੍ਰੈਪੋਲੇਟ ਕਰ ਸਕਦੇ ਹੋ ਕਿ ਉਹਦੀ ਕੀ ਪੋਸੀਬਿਲਿਟੀਜ਼ ਨੇ, ਲੇਕਿਨ ਮੇਰਾ ਇਹ ਖਿਆਲ ਹੈ ਕਿ ਇਹਨੂੰ ਸਾਨੂੰ ਇਹ ਸਮਝ ਲਓ ਕਿ ਤੁਹਾਡੇ ਲਈ ਹੋਮਵਰਕ ਹੈਗਾ ਇਹ ਅਗਲੇ ਹਫ਼ਤੇ ਲਈ ਕਿ ਇਹ ਜਿਹੜੀਆਂ ਕੁਆਂਟੀਟੇਟਿਵ ਤਬਦੀਲੀਆਂ ਨੇ ਸੋਸਾਇਟੀ 'ਚ ਆਈਆਂ ਉਹ ਕੀ ਨੇ, ਔਰ ਉਹਨਾਂ ਦੇ ਨਤੀਜੇ ਦੇ ਤੌਰ ਤੇ ਕੀ ਕੁਆਲਿਟੇਟਿਵ ਤਬਦੀਲੀ ਆ ਸਕਦੀ ਹੈ। ਮਨਦੀਪ ਜੀ, ਤੁਸੀਂ ਜਿਹੜਾ ਨਾ ਉਹ ਮੈਂ ਤੁਹਾਨੂੰ ਇਹ ਮਸ਼ਵਰਾ ਦਿਆਂਗਾ ਕਿ ਤੁਸੀਂ ਜਿਹੜਾ ਪੁਰਾਣਾ ਮਾਰਕਸਿਸਟ ਮਾਡਲ ਹੈ ਉਹਨੂੰ ਹੂਬਹੂ ਉਹਦੇ ਜ਼ਰੀਏ ਅਗਰ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਉਹ ਇਹ ਜਿਹੜੀ ਨਵੀਂ ਸਿਚੁਏਸ਼ਨ ਹੈ ਇਹ ਸਮਝ ਨਹੀਂ ਆਏਗੀ।
ਔਰ ਇਹੋ ਹੀ ਵਜ੍ਹਾ ਹੈ ਕਿ ਮਾਰਕਸਿਜ਼ਮ ਬਤੌਰ ਸਾਇੰਸ ਦੇ ਉਹਦੇ ਵਿੱਚ ਪਿਛਲੇ ਕੋਈ 100-150 ਸਾਲ ਦੇ ਵਿੱਚ ਕੋਈ ਖਾਸ ਬਤੌਰ ਸਾਇੰਸ ਦੇ ਉਹਦੇ ਵਿੱਚ ਕੋਈ ਖਾਸ ਤਰੱਕੀ ਨਹੀਂ ਹੋਈ, ਕਿਉਂਕਿ ਸਿਚੁਏਸ਼ਨ ਤੇ ਬਦਲਦੀ ਜਾ ਰਹੀ ਹੈ। ਮੀਨਸ ਆਫ ਪ੍ਰੋਡਕਸ਼ਨ, ਮੈਥਡਸ ਆਫ ਪ੍ਰੋਡਕਸ਼ਨ, ਮੈਥਡਸ ਆਫ ਡਿਸਟ੍ਰੀਬਿਊਸ਼ਨ ਸਾਰੇ ਬਦਲ ਰਹੇ ਨੇ। ਤੇ ਅਸੀਂ ਜਿਹੜੀ 18ਵੀਂ ਸਦੀ ਦੇ ਐਂਡ ਦੇ ਉੱਤੇ ਜਿਹੜੀ ਫਾਰਮੂਲੇਟ ਕੀਤੀ ਸੀ ਫਾਰਮੂਲੇ ਮਾਰਕਸਮ ਦੇ ਤਹਿਤ, ਅਸੀਂ ਉਹਨਾਂ ਨੂੰ ਫਿਟ ਕਰਨ ਦੀ ਕੋਸ਼ਿਸ਼ ਕਰਨੇ ਆ, ਉਹਨਾਂ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰਨੇ ਆ। ਸੋ ਲੋੜ ਇਸ ਗੱਲ ਦੀ ਹੈਗੀ ਹੈ ਕਿ ਅਸੀਂ ਹੁਣ ਉਹਦੀ ਬੇਸਿਸ ਜਿਹੜੀਆਂ ਨੇ ਉਹਨਾਂ ਫਾਰਮੂਲਿਆਂ ਦੀਆਂ, ਉਹਨਾਂ ਨੂੰ ਦੁਬਾਰਾ ਤੋਂ ਇਵੈਲੂਏਟ ਕਰੀਏ, अकीदे परस्ती तो जरा निकलिए और मिसाल के तौर क्वेश्चन करना शुरू करिए। नेगेशन ऑफ नेगेशन नाल भी जाइए ना जी। बिल्कुल 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 बिल्कुल। ते मतलब ये है कि जेड़ा सरप्लस का कॉन्सेप्ट है ਉਹਨੂੰ ਵੀ ਰੀਵਿਜ਼ਿਟ ਕਰਨ ਦੀ ਲੋੜ ਹੈਗੀ ਹੈ ਕਿ ਕਨਸੈਪਟ ਜਿਹੜਾ ਹੈਗਾ ਸਰਪਲਸ ਵੈਲਿਊ ਦਾ, ਉਹ ਮਾਰਕਸ ਦੀ ਤੇ ਯਾਦ ਨਹੀਂ ਸੀ ਹੈਗੀ ਬੇਸਿਕਲੀ, ਤੇ ਰਿਕਾਰਡੋ ਨੇ ਉੱਤੇ ਸਾਰਾ ਕੰਮ ਕੀਤਾ ਸੀ ਕਿ ਸਰਪਲਸ ਵੈਲਿਊ ਕਿਵੇਂ ਕ੍ਰੀਏਟ ਹੁੰਦੀ ਹੈ ਤੇ ਕਿਵੇਂ ਡਿਸਟ੍ਰੀਬਿਊਟ ਹੁੰਦੀ ਹੈ ਵਗੈਰਾ ਵਗੈਰਾ, ਠੀਕ ਹੈ ਨਾ। ਹੁਣ ਉਹਨੇ 18ਵੀਂ ਸਦੀ ਦੇ ਵਿੱਚ ਦੇ ਹਾਲਾਤ ਦੇ ਮੁਤਾਬਕ ਇੱਕ ਸਰਪਲਸ ਵੈਲਿਊ ਦਾ ਕਨਸੈਪਟ ਕ੍ਰੀਏਟ ਕੀਤਾ ਸੀ। ਸਵਾਲ ਇਹ ਹੈ ਕਿ ਅੱਜ ਦੀ ਜਿਹੜੀ ਪੈਦਾਵਾਰੀ ਨਿਜ਼ਾਮ ਹੈ ਜਿਹੜਾ ਹੁਣ ਬਣ ਗਿਆ ਹੈ, ਉਹ ਬਣਨ ਜਾ ਰਿਹਾ ਹੈ, ਇਹਦੇ ਵਿੱਚ ਸਰਪਲਸ ਵੈਲਿਊ ਨੂੰ ਕਿਵੇਂ ਡਿਫਾਈਨ ਕੀਤਾ ਜਾਵੇ। ਵੈਸੇ ਤੇ ਅਸੀਂ ਹੈ ਕੀ ਹੈ, ਯੈਸ ਵੈਸੇ ਤੇ ਅਸੀਂ ਚੇਂਜ ਹੋ ਗਈ ਹੈ, ਨਹੀਂ ਵੈਸੇ ਤੇ ਅਸੀਂ ਖਿੱਚ ਧਰੂ ਕੇ ਪੁਰਾਣਾ ਫਾਰਮੂਲਾ ਫਿੱਟ ਕਰ ਹੀ ਦਿਆਂਗੇ, ਉਹ ਅਸੀਂ ਕਰ ਵੀ ਰਹੇ ਹਾਂ, ਕਰਨੇ ਵੀ ਆ। ਲੇਕਿਨ ਮੈਂ ਸਿਰਫ ਇੰਨੀ ਗੱਲ ਅਰਜ਼ ਕਰ ਰਿਹਾ ਕਿ ਤੁਸੀਂ ਸੋਚੋ ਕਿ ਇਹਨੂੰ ਰੀਵਿਜ਼ਿਟ ਕਰਨ ਦੀ ਵੀ ਸ਼ਾਇਦ ਲੋੜ ਹੈਗੀ ਹੈ ਕਿ ਇਹਨੂੰ ਕਿਵੇਂ ਰੀਡਿਫਾਈਨ ਕੀਤਾ ਜਾਏ ਕਿ ਸਰਪਲਸ ਵੈਲਿਊ ਕੀ ਹੁੰਦੀ ਹੈ, ਔਰ ਸਰਪਲਸ ਵੈਲਿਊ ਦੀ ਜਿਹੜੀ ਪੈਦਾਵਾਰ ਹੈ ਉਹਦੇ ਵਿੱਚ ਕਿਵੇਂ ਐਵੋਲੂਸ਼ਨ ਆਇਆ ਹੈ, ਜਾਂ ਕਿਵੇਂ ਐਵੋਲੂਸ਼ਨ ਆ ਰਿਹਾ ਹੈ, ਜਾਂ ਕਿਵੇਂ ਰੈਵੋਲੂਸ਼ਨ ਆਏਗਾ। ਇਹ ਜਿਹੜੀ ਹੈ ਇਹਦੇ ਤੇ ਗੌਰ ਕਰੋ, ਇਹਨੂੰ ਵੀ ਚੈਲੰਜ ਕਰਨ ਦੀ ਲੋੜ ਹੈ, ਬਜਾਏ ਇਸਦੇ ਕਿ ਅਸੀਂ ਮਜ਼ਹਬੀ ਲੋਕਾਂ ਦੀ ਤਰ੍ਹਾਂ ਇੱਕ ਡੌਗਮਾ ਲੈ ਕੇ ਬਹਿ ਜਾਈਏ ਤੇ ਭਾਵੇਂ ਸੂਰਤ-ਹਾਲ ਕੋਈ ਵੀ ਹੋਵੇ ਅਸੀਂ ਉਹਨੂੰ ਉਹਦੇ ਤੇ ਫਿੱਟ ਕਰ ਦਈਏ। ਇਹ ਨਹੀਂ ਕਰਨਾ ਚਾਹੀਦਾ ਸਾਨੂੰ। ਜੀ ਜੀ ਨਹੀਂ ਬਿਲਕੁਲ ਠੀਕ ਹੈ ਸਰ ਤੁਹਾਡੀ ਗੱਲ। ਆਬਵੀਅਸਲੀ ਨਵੇਂ ਹਾਲਾਤਾਂ ਦੇ ਅਨੁਸਾਰ ਸਾਇੰਸ ਤਾਂ ਉਹੀ ਸਾਇੰਸ ਹੈ ਨਾ, ਜੇ ਅਗਰ ਡਿਵੈਲਪ ਹੁੰਦੀ, ਜੇ ਡਿਵੈਲਪ ਨਹੀਂ ਹੁੰਦੀ ਫਿਰ ਤਾਂ ਉਹ ਸਾਇੰਸ ਹੀ ਨਹੀਂ। ਤੇ ਬਟ ਇਹਦੇ ਮੈਂ ਤੇ ਉਹੀ ਅਰਜ਼ ਕਰ ਰਿਹਾ ਕਿ ਬਈ ਹਾਂਜੀ ਜਿਹੜੀ ਕੋਈ ਵੀ ਸਾਇੰਸ ਐਸੀ ਨਹੀਂ ਹੈ ਜਿਹੜੀ 18ਵੀਂ ਸਦੀ ਚ ਵੀ ਉਹੀ ਹੋਵੇ ਤੇ 21ਵੀਂ ਸਦੀ ਚ ਵੀ ਉਹੀ ਹੋਵੇ। ਤੇ ਪਰ ਇਹਦੇ ਚ ਸਰ ਡਾਇਲੈਕਟੀਕਲ ਇਸ਼ੂ ਇਹਦੇ ਚ ਇਹ ਹੈ ਕਿ ਦੇਖੋ ਮੈਂ ਤੁਹਾਨੂੰ ਆਪਣੀ ਅੰਡਰਸਟੈਂਡਿੰਗ ਦੱਸ ਰਿਹਾ, ਮੇਬੀ ਆਈ ਐਮ ਰੋਂਗ। ਜਿਵੇਂ ਹੁਣ ਅੱਗ ਦੀ ਖੋਜ ਹੋ ਗਈ, ਰਾਈਟ। ਹੁਣ ਇੱਕ ਪ੍ਰਿਮਿਟਿਵ ਮੈਨ ਨੇ ਅੱਗ ਦੀ ਖੋਜ ਕੀਤੀ ਸੀ, ਪੱਥਰ ਤੇ ਪੱਥਰ ਰਗੜ ਕੇ। ਹੁਣ ਉਹ ਅੱਗ ਦੀ ਖੋਜ ਸਾਨੂੰ ਦੁਬਾਰਾ ਕਰਨ ਦੀ ਲੋੜ ਨਹੀਂ, ਸਾਨੂੰ ਪਤਾ ਕਿ ਅੱਗ ਕਿਵੇਂ ਬਣਦੀ ਹੈ ਤੇ ਇਹ ਅੱਗ ਲੱਗ ਜਾਂਦੀ ਹੈ, ਰਾਈਟ। ਹੁਣ ਸਰਪਲਸ ਵੈਲਿਊ ਦਾ ਜਿਹੜਾ ਮੇਰੀ ਅੰਡਰਸਟੈਂਡਿੰਗ ਹੈ, ਮੇਬੀ ਆਈ ਐਮ ਰੋਂਗ, ਉਹ ਇਹ ਹੈ ਕਿ ਜਿਹੜਾ ਸੋਸ਼ਲੀ ਨੈਸੈਸਰੀ ਟਾਈਮ ਲੱਗਦਾ ਹੈ, ਉਹ ਚਾਹੇ ਬੰਦਾ ਜਿਵੇਂ ਇੱਕ ਬੰਦਾ ਬੂਟ ਬਣਾਉਂਦਾ ਹੱਥ ਦੇ ਨਾਲ, ਠੀਕ ਹੈ ਜੀ, ਉਹ ਸੋਸ਼ਲੀ ਨੈਸੈਸਰੀ ਟਾਈਮ ਉਹਦਾ ਇਹ ਅਕਾਊਂਟ ਹੁੰਦਾ ਹੈ ਕਿ ਉਹ ਬੰਦੇ ਦੀ ਸਬਸਿਸਟੈਂਸ ਲਈ ਉਹਨੂੰ ਉਹਦੇ ਪਰਿਵਾਰ ਨੂੰ ਕਿੰਨੇ ਰਿਸੋਰਸ ਚਾਹੀਦੇ ਆ, ਉਹਦੀ ਜਿਹੜੀ ਪਾਵਰ ਹੈ ਉਹਨੂੰ ਰੀਸਟੋਰ ਕਰਨ ਲਈ ਕਿੰਨੇ ਰਿਸੋਰਸਿਸ ਚਾਹੀਦੇ ਆ, ਉਹਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਵੇਜ ਹੈ ਉਹ ਤੈਅ ਹੁੰਦੀ ਹੈ। ਅੱਜ ਉਹ ਸੋਸ਼ਲੀ ਨੈਸੈਸਰੀ ਟਾਈਮ ਸੈਕਿੰਡਸ 'ਚ ਰਹਿ ਗਿਆ। ਜਿਵੇਂ ਉਹੀ ਬੂਟ ਇੱਕ ਮੰਨ ਲਓ ਮਸ਼ੀਨ ਦੇ ਨਾਲ ਬਣਦਾ, ਰਾਈਟ। ਹੁਣ 3-5 ਸੈਕਿੰਡ 'ਚ ਇੱਕ ਬੂਟ ਬਣ ਕੇ ਨਿਕਲ ਜਾਂਦਾ, ਤੇ ਉਹਦੀ ਜਿਹੜੀ ਸਬਸਿਸਟੈਂਸ ਦੀ ਵੈਲਿਊ ਹੈ, ਜਿਹੜਾ ਕਰ ਲਓ ਸਰ, ਗੱਲ ਕਰ ਲਓ, ਕੋਈ ਬਾਤ ਨਹੀਂ ਹਾਂ ਕਰੋ। ਮੈਂ ਕਿਹਾ ਪਿੱਛੇ ਤੁਹਾਨੂੰ ਸ਼ਾਇਦ ਬੁਲਾ ਰਹੇ ਸੀ। ਨਹੀਂ ਠੀਕ, ਕਰੋ ਗੱਲ। ਤੇ ਉਹ ਹੁਣ ਬੇਸਿਕਲੀ ਚੇਂਜ ਕੀ ਹੋਇਆ, ਸਿਰਫ ਸਕੇਲ ਚੇਂਜ ਹੋਇਆ, ਇੱਕ ਬੇਸਿਕ ਕਨਸੈਪਟ ਤਾਂ ਉਹੀ ਰਿਹਾ। ਮਤਲਬ ਅਗਰ ਮੈਂ ਤੁਹਾਨੂੰ ਇਹ ਕਹਾਂ ਕਿ ਉਹ ਸੋਸ਼ਲ, ਅਗਰ ਤੁਹਾਡੇ ਲਾਜਿਕ ਨੂੰ ਫਾਲੋ ਕਰਾਂ ਔਰ ਤੁਹਾਡੀ ਲਾਜਿਕ ਨੂੰ ਫਾਲੋ ਕਰਦਿਆਂ ਇਹ ਕਹਾਂ ਕਿ ਉਹ ਜਿਹੜਾ ਸੋਸ਼ਲ ਟਾਈਮ ਹੈ, ਨੈਸੈਸਰੀ ਸੋਸ਼ਲ ਟਾਈਮ, ਉਹ ਜ਼ੀਰੋ ਹੋ ਗਿਆ, ਫਿਰ ਜ਼ੀਰੋ ਹੋ ਗਿਆ। ਹਾਂਜੀ,
कोई चीज सर जीरो टाइम च प्रोड्यूस ਤਾਂ ਨਹੀਂ ਹੋ ਸਕਦੀ, ਉਹਨੂੰ ਕੁਛ ਨਾ ਟਾਈਮ ਲੱਗੇਗਾ। ਚਾਹੇ ਇਹ ਹੈ ਕਿ ਅਗਰ ਬੰਦੇ ਦੀ ਦੇਖੋ ਨਾ, ਤੁਸੀਂ ਤਾਂ ਪੁਰਾਣੇ ਚ ਜੇ ਬੰਦੇ ਦੀ ਲੋੜ ਹੀ ਨਹੀਂ ਹੈ ਇੱਕ ਚੀਜ਼ ਪੈਦਾ ਕਰਨ ਲਈ, ਤੇ ਫਿਰ ਤਾਂ ਸੋਸ਼ਲ ਨੈਸੈਸਰੀ ਟਾਈਮ ਜ਼ੀਰੋ ਹੋ ਗਿਆ ਨਾ। ਪਰ ਉਹ ਬੰਦੇ ਨੇ ਸਰ ਸਰਵਾਈਵ ਤਾਂ ਕਰਨਾ ਨਾ, ਚਾਹੇ ਉਹ ਕੁਝ ਟਾਈਮ ਨਹੀਂ। ਜਿਵੇਂ ਆਪਾਂ ਲਾਸਟ ਲੈਕਚਰ 'ਚ ਵੀ ਤੁਸੀਂ ਦੱਸਿਆ ਸੀ ਵੀ ਜਿਹੜੀ ਆਦਮੀ ਦੀ ਇਨਵੋਲਵਮੈਂਟ ਹੈ ਉਹ ਐਜ਼ ਇਹਦਾ ਮਤਲਬ ਹੈ ਕਿ ਹੁਣ ਉਹਨੇ ਜਿਹੜਾ ਸਰਵਾਈਵ ਕਰਨਾ ਹੈ ਉਹ ਐਜ਼ ਕੰਜ਼ਿਊਮਰ ਕਰਨਾ। ਉਹਨੇ ਆਪਣੀ ਲੇਬਰ ਪਾਵਰ ਵੇਚ ਕੇ ਨਹੀਂ ਕਰਨਾ। सोसाइटी ने टोटल लेबर ਨੂੰ ਦੇਖਣਾ। ਪਹਿਲੇ ਮਜਬੂਰ ਸੀ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਸਸਟੇਨ ਕਰਨ ਲਈ ਕਿ ਉਹ ਲੇਬਰ ਪਾਵਰ ਵੇਚੇ 8 ਘੰਟੇ ਜਾਂ 10 ਘੰਟਿਆਂ ਲਈ ਵੇਚੇ, ਤੇ ਉਹਦੇ ਜਵਾਬ ਦੇ ਵਿੱਚ ਉਹਨੂੰ ਸਸਟੇਨ ਕਰਨ ਲਈ ਉਹਨੂੰ ਜਿਹੜੀ ਹੈ ਉਹ ਵੇਜਸ ਜਾਂ ਜੋ ਵੀ ਮਿਲੇ। ਰਾਈਟ ਠੀਕ। ਹੁਣ ਮਸਲਾ ਇਹ ਹੈਗਾ ਕਿ ਹੁਣ ਉਹਦੀ ਜਿਹੜੀ ਜਿਸ ਵਜ੍ਹਾ ਤੋਂ ਉਹਨੂੰ 8 ਘੰਟੇ ਦੀ ਖਰੀਦਦਾਰ ਮੌਜੂਦ ਸਨ ਉਹਦੀ ਲੇਬਰ ਪਾਵਰ ਦੇ, ਉਹ ਖਰੀਦਦਾਰ ਮੌਜੂਦ ਹੀ ਨਹੀਂ ਹੈਗੇ। ਤੇ ਉਹ ਇਹ ਸਟੇਜ ਫਿਰ ਅਨਐਮਪਲੋਇਮੈਂਟ 'ਚ ਚਲੀ ਜਾਂਦੀ ਹੈ। ਦੈਟਸ ਹੈਜ਼ ਬੀਨ ਐਡਰੈਸਡ ਆਲਰੇਡੀ, ਰਾਈਟ? ਨਹੀਂ, ਅਨਐਮਪਲੋਇਮੈਂਟ ਤੇ ਫਿਰ ਯੂਨੀਵਰਸਲ ਹੋ ਜਾਏਗੀ ਨਾ। ਇਹਦਾ ਮਤਲਬ ਇਹ ਹੈ ਕਿ ਜਿਹੜਾ ਕੈਪੀਟਲਿਜ਼ਮ ਦਾ ਸਿਸਟਮ ਔਰ ਉਹਦੇ ਜਵਾਬ 'ਚ ਜਿਹੜਾ ਮਾਰਕਸਿਸਟਾਂ ਨੇ ਜਿਹੜਾ ਵਿਜ਼ੂਅਲਾਈਜ਼ ਕੀਤਾ ਸੀ ਸਿਸਟਮ, ਦੋਵਾਂ ਨਿਗੇਟ ਹੋ ਜਾਣਗੇ। ਨਹੀਂ ਸਰ, ਉਹਦਾ ਮਤਲਬ ਉਹਦਾ ਅਨਐਮਪਲੋਇਮੈਂਟ ਦਾ ਰਿਲੇਸ਼ਨ ਤਾਂ ਇਹ ਸੀ ਕਿ ਇਨਵਰਸਰੀ ਪ੍ਰੋਪੋਰਸ਼ਨ ਸੀ ਨਾ, ਕਿ ਜਿੰਨਾ ਸੋਸ਼ਲ ਨੈਸੈਸਿਟੀ ਟਾਈਮ ਘਟਦਾ ਜਾਏਗਾ ਉਨੀ ਅਨਐਮਪਲੋਇਮੈਂਟ ਵਧਦੀ ਜਾਏਗੀ ਇੱਕ ਲੈਵਲ ਤੇ। ਨਹੀਂ, ਫਿਰ ਤੇ ਜੇ ਤੁਸੀਂ 18ਵੀਂ ਸਦੀ ਤੋਂ ਸ਼ੁਰੂ ਕਰੋ, ਅਗਰ 18ਵੀਂ ਸਦੀ ਤੋਂ ਸ਼ੁਰੂ ਕਰੋ ਨੈਸੈਸਰੀ ਸੋਸ਼ਲ ਟਾਈਮ ਨੂੰ ਕੈਲਕੂਲੇਟ ਕਰਨਾ, ਤੇ 20ਵੀਂ ਸਦੀ ਤੱਕ ਆਉਂਦਿਆਂ ਤੇ 100% ਲੋਕ ਅਨਐਮਪਲਾਇਡ ਹੋਣੇ ਚਾਹੀਦੇ ਸਨ, ਲੇਕਿਨ ਹੋਏ ਤੇ ਨਹੀਂ ਹੈ। ਦੇਖੋ ਨਾ, ਅਗਰ 18ਵੀਂ ਸਦੀ 'ਚ ਜੁੱਤੀ ਬਣਾਉਣ ਲਈ ਫਰਜ਼ ਕਰੋ ਮਸ਼ੀਨ ਜਿਹੜੀ ਆ ਉਹ 5 ਮਿੰਟ ਲੈਂਦੀ ਸੀ, ਤੇ ਉਹ ਇੱਕ ਦਿਨ ਦੀ ਬਜਾਏ 5 ਮਿੰਟ 24 ਘੰਟਿਆਂ ਦੀ ਬਜਾਏ 5 ਮਿੰਟ ਹੋ ਗਿਆ, ਤੇ ਤੁਹਾਡੇ ਥਿਊਰੀ ਦੇ ਮੁਤਾਬਕ ਉਹਦੇ ਨਾਲ ਅਨਐਮਪਲਾਇਮੈਂਟ ਵੱਧ ਗਈ। ਠੀਕ। ਹੁਣ ਉਹ 5 ਮਿੰਟ ਦੀ ਬਜਾਏ 1 ਮਿੰਟ ਹੋ ਗਿਆ, ਅਨਐਮਪਲਾਇਮੈਂਟ ਹੋਰ ਵੱਧ ਜਾਣੀ ਚਾਹੀਦੀ ਹੈ। ਤੇ ਇਹਦੇ ਤੇ 18ਵੀਂ ਔਰ 21ਵੀਂ ਸਦੀ ਦੇ ਦਰਮਿਆਨ ਤੇ ਇਹ ਹੈ ਕਿ ਤੁਹਾਡੀ ਥਿਊਰੀ ਨੂੰ ਅਗਰ ਅਸੀਂ ਲੌਜੀਕਲੀ ਫਾਲੋ ਕਰੀਏ ਤੇ ਇਸ ਵੇਲੇ ਮੋਸਟਲੀ ਲੋਕ ਜਿਹੜੇ ਨੇ ਉਹਨਾਂ ਨੂੰ ਅਨਐਮਪਲਾਇਡ ਹੋਣਾ ਚਾਹੀਦਾ ਹੈ। ਸਰ ਉਹ ਮਤਲਬ ਇੱਕ ਤਾਂ ਪੋਪੂਲੇਸ਼ਨ ਵੀ ਇਹ 3 ਸਦੀਆਂ 'ਚ ਬਹੁਤ ਜ਼ਿਆਦਾ ਵਧੀ ਹੈ, ਔਰ ਦੂਸਰਾ ਜਿਹੜਾ ਟਾਈਮ ਜਿਹੜਾ ਪ੍ਰੋਡਕਸ਼ਨ ਟਾਈਮ ਇਹਦਾ ਤਲਕ ਅਨਐਮਪਲਾਇਮੈਂਟ ਨਾਲ ਕੀ ਹੈਗਾ। ਪਾਪੂਲੇਸ਼ਨ ਵਧੀ ਤੇ ਸਗੋਂ ਤੁਸੀਂ ਮੇਰੇ ਆਰਗੂਮੈਂਟ ਨੂੰ ਫਰਦਰ ਸਟਰੈਂਥ ਕਰ ਰਹੇ ਹੋ, ਸਟਰੋਂਗ ਕਰ ਰਹੇ ਹੋ। ਅਨਐਮਪਲਾਇਮੈਂਟ ਹੋਰ ਵੀ ਜ਼ਿਆਦਾ ਹੋਣੀ ਚਾਹੀਦੀ ਸੀ। ਜੇ ਤੁਹਾਡੇ ਫਾਰਮੂਲੇ ਨਾਲ ਮੈਂ ਕੈਲਕੂਲੇਟ ਕਰਾਂ ਤੇ ਹੁਣ ਤੇ ਜਿਹੜੀ ਅਨਐਮਪਲਾਇਮੈਂਟ ਆ ਉਹ 99% ਹੋਣੀ ਚਾਹੀਦੀ ਸੀ, ਕਿਉਂਕਿ ਹੁਣ ਸੋਸ਼ਲ ਨੈਸੈਸਰੀ ਟਾਈਮ ਚੀਜ਼ਾਂ ਨੂੰ ਪੈਦਾ ਕਰਨ ਦਾ ਬਹੁਤ ਘੱਟ ਗਿਆ, ਲੇਕਿਨ ਇਹ ਤੇ ਨਹੀਂ ਹੋਇਆ। ਰਾਈਟ। ਮੈਂ ਸਰ ਇਹਨਾਂ ਨੂੰ ਸਾਰੇ ਨਾ ਪੁਆਇੰਟਸ ਮੈਂ ਰੀਫਾਰਮੇਟ ਕਰਾਂਗਾ ਦੁਬਾਰਾ, ਮੈਂ ਕਰਕੇ ਫਿਰ ਮੈਂ ਤੁਹਾਨੂੰ ਅਗਲੀ ਵਾਰੀ ਫਿਰ ਆਪਣਾ ਫਾਰਮੂਲੇਟ ਕਰਕੇ ਆਇਓ ਤੇ ਫਿਰ ਇਸ ਤੇ ਗੱਲ ਕਰਾਂਗੇ। ਮੈਂ ਤੁਹਾਡੀ ਗੱਲ ਸਮਝ ਰਿਹਾ ਪੂਰੀ ਤਰ੍ਹਾਂ, ਮਤਲਬ ਮੈਂ ਸਿਰਫ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਚੀਜ਼ਾਂ ਜਿਹੜੀ ਕੰਟਰਡਿਕਸ਼ਨ ਉਹਨੂੰ ਕਿੱਦਾਂ ਸਮਝਿਆ ਜਾਵੇ। ਨਹੀਂ ਉਹ ਸਹੀ ਹੈ, ਮਤਲਬ ਗੱਲ ਤੇ ਤਾਂ ਹੀ ਸਾਡੀ ਚੱਲੇਗੀ ਨਾ ਅੱਗੇ, ਕਿ ਅਗਰ ਸਾਡੇ ਵਿਊ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਕਲੈਰਿਟੀ ਹੈ, ਥੋੜਾ ਜਿਹਾ ਟਕਰਾਅ ਹੋਵੇ ਤੇ ਤਾਂ ਹੀ ਗੱਲ ਅੱਗੇ ਵਧੇਗੀ ਨਾ। ਵਗਰਨਾ ਤੇ ਅਗਰ ਮੈਂ ਬੋਲੀ ਜਾਵਾਂ ਤੇ ਤੁਸੀਂ ਹਾਂ ਕਰਦੇ ਜਾਓ ਤੇ ਫਿਰ ਤੇ ਗੱਲ ਨਹੀਂ ਨਾ ਬਣੇਗੀ। ਤੇ ਇਹ ਤਾਂ ਨਹੀਂ, ਮੈਂ ਤੁਹਾਡੀ ਜਿਹੜੀ ਗੁਫ਼ਤਗੂ ਹੈ ਤੇ ਮਨਦੀਪ ਜੀ, ਮੇਰਾ ਵੀ ਜਿਹੜਾ ਅੰਦਾਜ਼ ਹੈ ਨਾ ਉਹ ਹੈਗਾ ਕਿ ਮੈਂ ਪੈਸ਼ਨੇਟਲੀ ਰਿਸਪੌਂਡ ਕਰਨਾ ਹੈ। ਮੈਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਗੁੱਸਾ ਕਰ ਰਿਹਾ। ਨਹੀਂ ਸਰ, ਕੋਈ ਨਹੀਂ, ਮੈਂ ਗੁੱਸਾ ਨਹੀਂ ਕਰਦਾ। ਮੇਰਾ ਵੀ ਜਿਹੜਾ ਉਹ ਪੈਸ਼ਨੇਟਲੀ ਰਿਸਪੌਂਡ ਕਰਨਾ ਹੈ ਆਰਗੂਮੈਂਟ ਨੂੰ, ਤੇ ਉਹਨੂੰ ਤੁਸੀਂ ਵੀ ਉਂਝ ਹੀ ਸਮਝਿਆ ਕਰੋ। ਠੀਕ ਹੈ ਜੀ। ਬਿਲਕੁਲ। ਅੱਜ ਤਾਂ ਮੇਰਾ ਤਾਂ ਸਮਾਪਤ ਕਰੀਏ ਫਿਰ। ਹਾਂਜੀ, ਅੱਜ ਹੁਣ ਸਮਾਪਤ ਕਰੀਏ ਤੇ ਹੁਣ ਅਗਲੇ ਜੁਮੇਰਾਤ ਨੂੰ ਮਿਲਣੇ। ਠੀਕ ਹੈ। ਓਕੇ। ਠੀਕ ਹੈ। ਆਲਰਾਈਟ। ਥੈਂਕ ਯੂ ਜੀ।